ਸੁਣ ਮੇਰੇ ਸਾਹਿਬਾ, ਡੁੱਬਦਾ ਪੱਥਰ ਲੀਜੈ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੋਹੀ ਮਹਲਾ ਪੰਜਵਾ। ਦਰਸ਼ਨ ਕੋ ਲੋਚੈ ਸਭ ਕੋਈ, ਪੂਰਾ ਭਾਗ ਪ੍ਰਾਪਤ ਹੋਈ ਰਹਾਓ। श्याम सुंदर ताज नींद क्यों आई, महामोहनी दूता लाई। दर्शन को लोचै सब कोई, वाहिगुरु जी का खालसा ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਤਿਗੁਰੂ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ, ਤਿੰਨਾਂ ਦੀ ਪਾਵਨ ਪਵਿੱਤਰ ਪਾਕ ਪਰਵਤਗਾਰ ਸਤਿਗੁਰਾਂ ਦੀ ਪਾਵਨ ਪਵਿੱਤਰ ਹਜ਼ੂਰੀ ਦੇ ਵਿੱਚ ਸੁਭਾਇਮਾਨ ਸਾਹਿਬਾਂ ਦੇ ਸਾਜੀ ਨਿਵਾਜੀ ਗੁਰੂ ਰੂਪ ਗੁਰੂ ਖਾਲਸਾ ਸਾਧ ਸੰਗਤ ਜੀ, ਸਤਿਗੁਰਾਂ ਦੀ ਪਾਵਨ ਮੁਕੱਦਸ ਪਵਿੱਤਰ ਗੋਦੀ ਵਿੱਚ ਬੈਠ ਕੇ ਨਿਤ ਦੇ ਨੇਮ ਅਨੁਸਾਰ ਆਪਾਂ ਨੂੰ ਹਾਜ਼ਰੀਆਂ ਭਰਨ ਦਾ ਸੁਭਾਗ ਪ੍ਰਾਪਤ ਹੋ ਰਿਹਾ ਹੈ। ਆਸਾ ਕੀ ਵਾਰ ਦੇ ਕੀਰਤਨ ਤੋਂ ਉਪਰੰਤ ਅੰਮ੍ਰਿਤ ਸਰੂਪ ਪਾਵਨ ਪਿੱਤਰ ਗੁਰਬਾਣੀ ਦੀ ਲੜੀਵਾਰ ਅੰਮ੍ਰਿਤ ਸਰੂਪ ਕਥਾ ਸਰਵਣ ਕਰਨ ਦਾ ਸੁਭਾਗ ਆਪ ਜੀ ਨੂੰ ਮਿਲਦਾ ਹੈ। ਬਹੁਤ ਵੱਡੇ ਭਾਗਾਂ ਵਾਲੇ ਹੋ। ਜੋ ਦਾਤ ਸਤਿਗੁਰੂ ਜੀ ਨੇ ਸਤਸੰਗਤ ਦੀ ਸਾਡੀ ਝੋਲੀ ਵਿੱਚ ਪਾਈ ਹੈ, ਹੁਕਮ ਵੀ ਕੀਤਾ ਹੈ। ਦਸਵੇਂ ਪਿਤਾ ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਦੇ 52 ਬਚਨਾਂ ਨੂੰ ਪੜ੍ਹੀਏ। ਉਹਦੇ ਵਿੱਚ ਸ਼ੁਰੂ ਦੇ ਤੀਜੇ ਚੌਥੇ ਨੰਬਰ 'ਤੇ ਹੀ ਇਹ ਬਚਨ ਆ ਜਾਂਦਾ ਹੈ ਕਿ ਹਰ ਗੁਰਸਿੱਖ ਨੇ ਰੋਜ਼ ਕਥਾ ਕੀਰਤਨ ਕਰਨਾ ਜਾਂ ਸੁਣਨਾ ਜ਼ਿੰਦਗੀ ਵਿੱਚ ਜ਼ਰੂਰੀ ਹੈ। ਹਰ ਗੁਰਸਿੱਖ ਨੇ ਕਥਾ ਕੀਰਤਨ ਕਰਨਾ ਜਾਂ ਸੁਣਨਾ। ਜਿੱਥੇ ਰੋਜ਼ ਦੀ ਨਿਤਨੇਮ ਦੀ ਬਾਣੀ ਪੜ੍ਹਨ ਦਾ ਹੁਕਮ ਹੈ, ਬਾਣੀ ਕੰਠ ਕਰਨ ਦਾ ਹੁਕਮ ਹੈ, ਉਹਨਾਂ 52 ਬਚਨਾਂ ਦੇ ਵਿੱਚ, ਕਿਉਂਕਿ ਸਾਹਿਬਾਂ ਦੇ ਬੇਅੰਤ ਬਚਨ ਹਨ ਇਤਿਹਾਸ ਦੇ ਵਿੱਚ ਵੀ ਗੁਰਬਾਣੀ ਦੇ ਵਿੱਚ ਵੀ, ਪਰ ਉਹਦੇ ਵਿੱਚੋਂ ਜੇ ਆਪਾਂ ਦੇਖੀਏ ਤੇ ਮੁੱਖ ਜਿਹੜੇ 52 ਲਿਖੇ ਨੇ ਹਜ਼ੂਰ ਸਾਹਿਬ ਜ਼ਿਆਦਾਤਰ ਉਹ ਆਪਾਂ ਨੂੰ ਪ੍ਰਾਪਤ ਹੁੰਦੀ ਹੈ ਫੋਟੋ, ਅਤੇ ਉਹਨਾਂ ਦੇ ਵਿੱਚ ਆਰੰਭ ਦੇ ਜੋ ਮੁੱਢਲੇ ਜ਼ਰੂਰੀ ਬਚਨਾਂ ਵਿੱਚ ਆਪ ਜੀ ਨੇ ਲਿਖਿਆ ਹੈ, ਵਿਰਲੇ ਗੁਰੂ ਘਰ ਹਨ ਜਿੱਥੇ ਦੋਵੇਂ ਦਾਤਾਂ ਮਿਲਦੀਆਂ। ਆਪ ਜੀ ਬੜੇ ਵੱਡੇ ਭਾਗਾਂ ਵਾਲੇ ਹੋ। ਸ਼ਾਮ ਨੂੰ ਵੀ ਬੇਅੰਤ ਸੰਗਤ ਜਿਹੜੀ ਹੈ ਉਹ ਕਥਾ ਕੀਰਤਨ ਆ ਕੇ ਸੁਣਦੀ ਹੈ। ਸਾਹਿਬਾਂ ਦਾ ਪਾਵਨ ਫੁਰਮਾਨ ਵੀ ਹੈ, ਸੁਣ ਹਰ ਕਥਾ ਉਤਾਰੀ ਮੈਲ, ਮਹਾ ਪੁਨੀਤ ਭਏ ਸੁਖ ਸੈਲ। ਗੁਣ ਗਾਵਤ ਮਨ ਹਰਿਆ ਹੋਵੇ, ਕਥਾ ਸੁਨਤ ਮਲ ਸਗਲੀ ਖੋਵੈ। ਕੀਰਤਨ ਸੁਣਨ ਦੇ ਨਾਲ, ਕੀਰਤਨ ਕਰਨ ਦੇ ਨਾਲ ਮਨ ਦੇ ਵਿੱਚ ਸ਼ਰਧਾ ਆਉਂਦੀ ਹੈ। ਸਾਧ ਸੰਗਤ ਜੀ, ਜਿਵੇਂ ਆਪਾਂ ਸ਼ਸਤਰਾਂ ਦੀ ਉਦਾਹਰਣ ਹੀ ਲੈ ਲਈਏ, ਮਹਾਰਾਜ ਸਾਹਿਬ ਜੀ ਦੇ ਸਾਹਮਣੇ ਸੁਭਾਇਮਾਨ ਹੈ, ਤੀਰ ਰੱਖਿਆ ਹੋਇਆ ਹੈ। ਜੇ ਇਸ ਤੀਰ ਨੂੰ ਇਸ ਸ਼ੇਪ ਦੇ ਵਿੱਚ ਬਣਾਉਣਾ ਹੈ ਤੇ ਸੌਖਾ ਹੈ, ਕਿਉਂਕਿ ਹੋਰਨਾਂ ਵਿੱਚ ਥੋੜ੍ਹਾ ਜਿਹਾ ਯਤਨ ਕਰਨਾ ਪਏਗਾ। ਸ੍ਰੀ ਸਾਹਿਬ ਬਣਾਉਣੀ ਹੈ ਉਹ ਵੀ ਟੇਢੀ
ਹੁਣ ਆਪਾਂ ਨੂੰ ਇੱਕ ਤੀਰ ਬਣਾਉਣ ਵਾਸਤੇ ਸਰੀਆ ਚਾਹੀਦਾ ਹੈ, ਰੌਡ ਚਾਹੀਦੀ ਹੈ ਲੋਹੇ ਦੀ। ਪਰ ਜੇ ਇਹਨੂੰ ਭੱਠੀ ਦੇ ਵਿੱਚ ਨਹੀਂ ਨਾ ਰੱਖਾਂਗੇ, ਇਹਦਾ ਸਿਰਾ ਹਥੌੜਿਆਂ ਨਾਲ ਕੁੱਟਾਂਗੇ ਇਹਨੂੰ ਤੀਰ ਬਣਾਉਣ ਵਾਸਤੇ, ਤੇ ਟੁੱਟਦਾ ਜਾਵੇਗਾ। ਜੇ ਉਸ ਲੋਹੇ ਦੇ ਸਰੀਏ ਨੂੰ, ਰੌਡ ਨੂੰ ਆਪਾਂ ਅੱਗ ਦੇ ਵਿੱਚ ਰੱਖ ਦਈਏ, ਤੇ ਭਾਵੇਂ ਅੱਗੋਂ 2 ਇੰਚ ਉਹ ਤਪਾਉਣਾ ਹੋਵੇ, ਆਪਾਂ ਅੱਗੋਂ ਤੀਰ ਵਰਗਾ ਉਹ ਬਣਾਉਣਾ ਹੈ, 2 ਇੰਚ ਅੱਗ ਦੇ ਵਿੱਚ ਰੱਖ ਕੇ ਜਦੋਂ ਲਾਲ ਹੋ ਜਾਵੇ, ਫਿਰ ਹਥੌੜਿਆਂ ਦੀ ਸੱਟ ਨਾਲ ਉਹਨੂੰ ਤੀਰ ਦੀ ਅੱਗੋਂ ਛੇਪ ਦੇ ਸਕਦੇ ਹਾਂ। ਉਸ ਤਰ੍ਹਾਂ ਨਹੀਂ, ਜੇ ਠੰਡਾ ਹੀ ਉਹ ਸਰੀਆ ਕੁੱਟੀ ਜਾਵਾਂਗੇ ਤੇ ਨਾਲ ਨਾਲ ਟੁੱਟਦਾ ਜਾਏਗਾ, ਭੁਰਦਾ ਜਾਏਗਾ। ਕੀਰਤਨ ਕੀ ਹੈ? ਜਿਵੇਂ ਉਸ ਲੋਹੇ ਦੇ ਰਾੜ ਨੂੰ ਅੱਗ ਦੇ ਵਿੱਚ ਰੱਖ ਕੇ ਤਪਾ ਕੇ ਲਾਲ ਕਰ ਲਿਆ ਹੈ ਨਾ, ਇਸ ਤਰ੍ਹਾਂ ਕੀਰਤਨ ਦਾ ਅਸਰ ਹੈ ਮਨ ਦੇ ਉੱਤੇ। ਕਥਾ ਕੀ ਹੈ? ਜਿਵੇਂ ਹਥੌੜੇ ਦੀ ਮਦਦ ਦੇ ਨਾਲ ਉਸ ਲਾਲ ਹੋਈ ਰੌੜ ਨੂੰ, ਲੋਹੇ ਨੂੰ ਕੁੱਟ ਕੇ ਆਪਾਂ ਅੱਗੋਂ ਤਿੱਖਾ ਬਣਾ ਲੈਂਦੇ, ਤੀਰ ਵਰਗਾ ਬਣਾ ਲੈਂਦੇ ਹਾਂ। ਹੁਣ ਜੇ ਅੱਗ ਨਾ ਹੋਵੇ ਤਾਂ ਵੀ ਉਹ ਤੀਰ ਦੀ ਸ਼ਕਲ ਅੱਗੋਂ ਨਹੀਂ ਲੈ ਸਕੇਗਾ, ਸ਼ੇਪ ਨਹੀਂ ਲੈ ਸਕੇਗਾ। ਤੇ ਜੇ ਹਥੌੜਾ ਨਾ ਹੋਵੇ ਤੇ ਤਾਂ ਵੀ ਨਹੀਂ ਬਣ ਸਕਦਾ। ਜੇ ਕੀਰਤਨ ਸੁਣਾਂਗੇ ਤੇ ਮਨ ਵਿੱਚ ਸ਼ਰਧਾ, ਵਿਸ਼ਵਾਸ ਆਵੇਗਾ। ਇਸੇ ਵਾਸਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਨੇ, ਜਾਂ ਜਿਸ ਨੂੰ ਆਪਾਂ ਰਹਿਤ ਮਰਿਆਦਾ ਕਹਿੰਦੇ ਆ, ਜੋ ਹਜੂਰ ਸਾਹਿਬ ਜੀ ਤੋਂ 2 ਲਿਖੇ ਹੋਏ ਬਚਨ, 52 ਬਚਨ ਮਿਲਦੇ ਆ, ਉਹਨਾਂ ਵਿੱਚ ਦੋਹਾਂ ਚੀਜ਼ਾਂ ਦੀ ਤਾਕੀਦ ਕੀਤੀ ਗਈ ਹੈ। ਹਰ ਗੁਰਸਿੱਖ ਨੇ ਕਥਾ ਕੀਰਤਨ ਸਰਵਣ ਕਰਨਾ। ਕਥਾ ਸਾਡੇ ਦਿਮਾਗ ਦੇ ਵਿੱਚ ਹਥੌੜੇ ਦੀ ਨਿਆਈ, ਜਿਵੇਂ ਆਪਾਂ ਜਪਜੀ ਸਾਹਿਬ ਜੀ ਵਿੱਚ ਵੀ ਪੜ੍ਹਦੇ ਹਾਂ, ਜਤ ਪਹਾਰਾ ਧੀਰਜ ਸੁਨਿਆਰ ਅਹਰਣ ਮਤ ਵੇਦ ਹਥਿਆਰ। ਵੇਦ ਦਾ ਅਰਥ ਹੁੰਦਾ ਗਿਆਨ। ਵੇਦ ਵਿਦ ਧਾਤੂ ਤੋਂ ਬਣਿਆ, ਧਾਤੂ ਤੋਂ ਭਾਵ ਹੁੰਦਾ ਨਿਰੁਕਤ, ਬੀਜ, ਉਹ ਮੁੱਢਲਾ ਅੱਖਰ ਜਿਸ ਤੋਂ ਗਾਂ ਅੱਖਰ ਹੋਰ ਬਣਦੇ। ਵੇਦ ਜਿਹੜਾ ਹੈ ਵਿਦ ਅੱਖਰ ਤੋਂ ਬਣਿਆ, ਬਵੇ ਸਿਹਾਰੀ ਰੱਦਾ ਵਿਦ। ਵਿਦ ਤੋਂ ਹੀ ਵਿਦਿਆ ਬਣੀ ਹੈ, ਵਿਦ ਤੋਂ ਹੀ ਵਿਦਵਾਨ ਅੱਖਰ ਬਣਦਾ ਹੈ। ਤੇ ਵਿਦ ਦਾ ਅਰਥ ਹੁੰਦਾ ਜਾਣਨਾ। ਜਿਵੇਂ ਆਪਾਂ ਪੜ੍ਹਦੇ ਗੋਵਿਦ ਜਾਂ ਗੋਬਿੰਦ ਵੀ ਪੜ੍ਹਦੇ, ਬਵੇ ਨਾਲ ਵੀ ਹੁੰਦਾ ਹੈ ਤੇ ਬੱਬੇ ਨਾਲ ਵੀ ਹੁੰਦਾ ਹੈ, ਗੋਵਿੰਦ। ਵਿਦ ਦਾ ਅਰਥ ਹੁੰਦਾ ਜਾਣਨਾ। ਗੋ ਨਾਮ ਹੁੰਦਾ ਬਾਣੀ ਦੁਆਰਾ। ਜਿਸ ਬ੍ਰਹਮ ਨੂੰ, ਪਰਮਾਤਮਾ ਨੂੰ ਬਾਣੀ ਦੁਆਰਾ ਜਾਣਿਆ ਜਾਵੇ, ਉਹਨੂੰ ਕਿਹਾ ਜਾਂਦਾ ਹੈ ਗੋਬਿੰਦ। ਇਸੇ ਵਾਸਤੇ ਭਗਤਾਂ ਨੇ ਉਹਦਾ ਨਾਮ ਗੋਬਿੰਦ ਰੱਖਿਆ। ਤੇ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੀ ਕਹਿੰਦੇ ਨੇ ਕਿ ਵੇਦ ਹਥਿਆਰ, ਜਿਹੜਾ ਗਿਆਨ ਹੈ ਹਥਿਆਰ ਹੈ, ਹਥੌੜਾ ਹੈ। ਪਰ ਪਹਿਲਾਂ ਜਤ ਪਹਾਰਾ ਇੱਕ ਦੁਕਾਨ ਹੈ। ਜਤ ਮਨ ਜਿਹੜਾ ਹੈ ਜਿਵੇਂ ਸੁਨਿਆਰਾ ਧੀਰਜ ਵਿੱਚ ਹੁੰਦਾ ਹੈ, ਛੋਟੇ ਛੋਟੇ ਗਹਿਣਿਆਂ ਦੇ ਉੱਤੇ ਵੀ ਫੁੱਲ ਬੂਟੀਆਂ ਪਾ ਦਿੰਦਾ। ਬੜਾ ਧਿਆਨ ਨਾਲ ਤੇ ਧੀਰਜ ਨਾਲ ਇਹ ਕੰਮ ਹੋ ਸਕਦਾ। ਧੀਰਜ ਜਿਸ ਦੇ ਪਾਸ ਹੈ, ਜਿਸ ਦੇ ਪਾਸ ਦੁਕਾਨ ਹੈ, ਜਿੱਥੇ ਭੱਠੀ ਲਾਈ ਹੋਈ ਹੈ, ਉਹਦੇ ਵਿੱਚ ਜਦੋਂ ਕੋਈ ਵੀ ਚੀਜ਼ ਨੂੰ ਪਾ ਕੇ ਗਰਮ ਕਰਦਾ ਹੈ, ਫਿਰ ਉਸ ਨੂੰ ਹਥੌੜੇ ਨਾਲ ਉਹ ਸ਼ਸਤਰ ਦੀ ਕਹਿ ਲਓ ਜਾਂ ਗਹਿਣੇ ਦੀ ਸ਼ਕਲ ਦਿੰਦਾ ਹੈ। ਇਸੇ ਤਰ੍ਹਾਂ ਸਾਧ ਸੰਗਤ ਜੀ, ਇਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੀ ਦੁਕਾਨ ਹੈ। ਇੱਥੇ ਆ ਕੇ ਕੀਰਤਨ ਸੁਣਨਾ ਇਸ ਤਰ੍ਹਾਂ ਹੈ ਜਿਵੇਂ ਭੱਠੀ ਵਿੱਚ ਲੋਹਾ ਰੱਖਦੇ ਆ, ਆਪਣੇ ਮਨ ਨੂੰ ਰੱਖਣਾ ਹੈ। ਜਦੋਂ ਕੀਰਤਨ ਸੁਣਦੇ ਆ, ਮਨ ਵਿੱਚ ਪ੍ਰੇਮ ਸ਼ਰਧਾ ਆਉਂਦੀ ਹੈ। ਤੇ ਜਦੋਂ ਕਥਾ ਸੁਣਦੇ ਆ ਤੇ ਉਹ ਫਿਰ ਜਿਸ ਤਰ੍ਹਾਂ ਦਾ ਤੁਸੀਂ ਬਣਾਉਣਾ ਚਾਹੋ, ਮਨ ਨੂੰ ਜਿੱਧਰ ਚਲਾਉਣਾ ਚਾਹੋ ਚੱਲ ਜਾਂਦਾ ਹੈ। ਬਹੁ ਗਿਣਤੀ ਸੰਗਤਾਂ ਜਿਹੜੀਆਂ ਕੀਰਤਨ ਤੇ ਸੁਣ ਲੈਂਦੀਆਂ ਪਰ ਕਥਾ ਤੋਂ ਭੱਜਦੇ ਆ, ਕਿਉਂਕਿ ਕਥਾ ਨਾਲ ਡਾਇਰੈਕਟਲੀ ਮਨ ਦੇ ਉੱਤੇ ਚੋਟ ਹੁੰਦੀ ਕਿ ਤੂੰ ਆਹ ਗਲਤੀਆਂ ਕਰ ਰਿਹਾ, ਤੂੰ ਇਸ ਮਰਿਆਦਾ ਨੂੰ ਨਹੀਂ ਮੰਨਦਾ, ਤੂੰ ਮਹਾਰਾਜ ਜੀ ਦੇ ਬਚਨਾਂ ਤੋਂ ਉਲਟ ਜਾ ਰਿਹਾ। ਤੇ ਮਨ ਫਿਰ ਬੇਚੈਨ ਹੋ ਜਾਂਦਾ, ਮਨ ਨੂੰ ਬੜੀ ਤਕਲੀਫ ਹੁੰਦੀ ਹੈ।
ਉਹ ਫਿਰ ਗਿਆਨੀਆਂ ਤੇ ਜਾਂ ਦੂਜਿਆਂ ਤੇ ਦੋਸ਼ ਲਾਉਂਦੇ ਉੱਠ ਕੇ ਚਲੇ ਜਾਣਗੇ ਦੀਵਾਨ ਦੇ ਵਿੱਚੋਂ, ਹੋਰ ਨਹੀਂ ਕੁਛ। ਸਾਡਾ ਮਨ ਇਹੋ ਹੀ ਕਹੇਗਾ ਇਹ ਆਪ ਚੱਲਦਾ, ਇਹ ਦੂਜਿਆਂ ਨੂੰ ਕਹਿੰਦਾ, ਇਹ ਆਪ ਤੇ ਚੱਲਦਾ ਨਹੀਂ। ਜਦ ਕਿ ਸਾਨੂੰ ਆਪਣੇ ਸਰੀਰ ਨਾਲ ਆਪਣੀ ਭਲੇ ਦੇ ਵਿੱਚ ਸੰਬੰਧ ਹੋਣਾ ਚਾਹੀਦਾ ਹੈ, ਦੂਸਰੇ ਦੇ ਜੀਵਨ ਵੱਲ ਨਹੀਂ ਵੇਖਣਾ। ਜੇ ਦੂਸਰੇ ਦੇ ਜੀਵਨ ਵੱਲ ਦੇਖਾਂਗੇ ਤੇ ਆਪਣਾ ਆਪ ਸਵਾਰਿਆ ਨਹੀਂ ਜਾ ਸਕੇਗਾ। ਇਸੇ ਵਾਸਤੇ ਬਾਬਾ ਫਰੀਦ ਸਾਹਿਬ ਜੀ ਨੂੰ ਜੋ ਵਾਹਿਗੁਰੂ ਜੀ ਨੇ ਕਿਹਾ, ਉਹ ਸਾਨੂੰ ਸਮਝਾਉਂਦੇ ਹੋਏ ਕਹਿੰਦੇ ਨੇ, ਆਪ ਸਵਾਰਹਿ ਮੈਂ ਮਿਲੈ, ਮੈਂ ਮਿਲਿਆ ਸੁਖ ਹੋਏ, ਫਰੀਦਾ ਜੇ ਤੂੰ ਮੇਰਾ ਹੋਏ ਰਹਿ, ਸਭ ਜਗ ਤੇਰਾ ਹੋਏ। ਉੱਥੇ ਇਹ ਨਹੀਂ ਕਿਹਾ ਕਿ ਦੁਨੀਆ ਨੂੰ ਸਵਾਰ। ਗਿਆਨੀ ਦੀ ਡਿਊਟੀ ਹੈ, ਜਿਸ ਤਰ੍ਹਾਂ ਕਿਸੇ ਦੀ ਡਾਕਟਰ ਦੀ ਡਿਊਟੀ ਹੈ, ਕੋਈ ਇੰਜੀਨੀਅਰ ਹੈ, ਕੋਈ ਮਾਸਟਰ ਹੈ, ਕੋਈ ਕੁਛ ਹੈ। ਇਸੇ ਤਰ੍ਹਾਂ ਇਹ ਵੀ ਇੱਕ ਸਤਿਗੁਰੂ ਵੱਲੋਂ ਲੱਗੀ ਹੋਈ ਸੇਵਾ ਹੈ। ਸਾਧ ਸੰਗਤ ਜੀ, ਜੇ ਆਪਣਾ ਆਪ ਸਵਾਰਾਂਗੇ ਫਿਰ ਹੀ ਬਖਸ਼ਾਂ ਹੋ ਸਕਦੀਆਂ ਹਨ, ਤੇ ਆਪਣਾ ਆਪ ਅਸੀਂ ਸਵਾਰਦੇ ਨਹੀਂ ਹਾਂ, ਜਿਸ ਕਰਕੇ ਭਗਤੀ ਥਾਏ ਨਹੀਂ ਪੈਂਦੀ। ਚਾਹੁੰਦੇ ਹਾਂ ਪਰ ਜਦੋਂ ਪਾਸ ਨਹੀਂ ਕੁਛ ਹੋਏਗਾ, ਚਾਹੁਣ ਨਾਲ ਕੀ ਹੋ ਜਾਏਗਾ। ਚਾਹੁੰਦੇ ਹਾਂ ਕਿ ਸੋਹਣਾ ਥਾਂ ਲੈ ਕੇ ਸੋਹਣੀ ਉੱਚੀ ਇਮਾਰਤ ਬਣਾਈਏ, ਪਰ ਥਾਂ ਲੈਣ ਲਈ ਹੀ ਲੱਖਾਂ ਰੁਪਈਏ ਚਾਹੀਦੇ ਆ। ਫਿਰ ਉਸ ਸਥਾਨ ਤੇ ਇਮਾਰਤ ਬਣਾਉਣ ਲਈ ਲੱਖਾਂ ਰੁਪਈਏ ਚਾਹੀਦੇ ਆ। ਗੱਲਾਂ ਨਾਲ ਤੇ ਬਣ ਨਹੀਂ ਜਾਣੀ। ਇਸੇ ਤਰ੍ਹਾਂ ਵਾਹਿਗੁਰੂ ਜੀ ਦੇ ਜੇ ਬਖਸ਼ਿਸ਼, ਜੋ ਅੱਜ ਸ੍ਰੀ ਮੁਖ ਵਾਕ ਵਿੱਚ ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਸੰਗਤ ਨੇ ਸਵਾਲ ਕੀਤਾ ਹੈ, ਮਹਾਰਾਜ ਜੀ ਦਰਸ਼ਨਾਂ ਨੂੰ ਇੱਛਾ ਹੈ, ਦਰਸ਼ਨ ਕਰਨ ਵਾਸਤੇ ਮਨ ਚਾਹੁੰਦਾ ਹੈ ਕਿ ਜਿਸ ਪਰਮਾਤਮਾ ਦੀ ਤੁਸੀਂ ਇੰਨੀ ਮਹਿਮਾ ਵਡਿਆਈ ਕਰਦੇ ਹੋ ਕਿ ਜੇ ਉਹਦੇ ਦਰਸ਼ਨ ਹੋ ਜਾਣ ਤੇ ਸਭ ਕੁਛ ਹੀ ਦੁਨੀਆ ਦਾ ਮਿਲ ਜਾਂਦਾ। ਐਸੀ ਕੋਈ ਚੀਜ਼ ਨਹੀਂ ਜਿਹੜੀ ਬਾਕੀ ਰਹਿ ਜਾਵੇ, ਇੱਛਾ ਰਹਿ ਜਾਵੇ। ਤੇ ਐਸੇ ਦਰਸ਼ਨ, ਜਿਸ ਦਰਸ਼ਨਾਂ ਬਾਰੇ ਆਪ ਜੀ ਨੇ ਬਚਨ ਕਿਹਾ, ਦਰਸ਼ਨ ਦੇਖ ਜੀਵਾਂ ਗੁਰ ਤੇਰਾ, ਪੂਰਨ ਕਰਮ ਹੋਏ ਪ੍ਰਭ ਮੇਰਾ। ਜਿਸ ਦਰਸ਼ਨਾਂ ਬਾਰੇ ਆਪ ਜੀ ਨੇ ਭਗਤਾਂ ਦੀ ਇੰਨੀ ਤਾਂਘ ਦੱਸੀ ਹੈ, ਜੋ ਮਛਲੀ ਬਿਨ ਪਾਣੀ ਹੈ ਕਿਉਂ ਜੀਵਨ ਪਾਵੈ, ਬੂੰਦ ਬਿਹੂਣਾ ਚਾਤ੍ਰਿਕੋ ਕਿਉਂ ਕਰ ਤ੍ਰਿਪਤਾਵੈ, ਨਾਦ ਕੁਰੰਕਹ ਵਿਦਿਆ ਸਨਮੁਖ ਉਠ ਧਾਵੈ, ਪਵਰ ਲੋਭੀ ਕੁਸੁਮ ਬਾਸ ਕਾ ਮਿਲ ਆਪ ਬੰਧਾਵੈ, ਤਿਉ ਸੰਤ ਜਨਾ ਹਰ ਪ੍ਰੀਤ ਹੈ, ਦੇਖ ਦਰਸ ਅਗਾਵੈ। ਐਸੇ ਜਿਹੜੇ ਸਵਾਸ ਸਵਾਸ ਸਿਮਰਨ ਕਰਨ ਵਾਲੇ ਪਿਆਰੇ ਹਨ, ਸੰਤ ਕਿਹਨੂੰ ਕਹਿੰਦੇ ਆ? ਜਿਨ੍ਹਾਂ ਸਾਸ ਗਿਰਾਸ ਨਾ ਵੀਸਰੈ, ਹਰ ਨਾਮਾ ਮਨ ਮੰਤੋ, ਤਨ ਸੇ ਸੇਈ ਨਾਨਕਾ, ਪੂਰਨ ਸੋਈ ਸੰਤ। ਤੇ ਉਹ ਬਿਨਾਂ ਦਰਸ਼ਨਾਂ ਤੋਂ ਉਹਨਾਂ ਨੂੰ ਤ੍ਰਿਪਤੀ ਨਹੀਂ ਆਉਂਦੀ। ਤੇ ਮਹਾਰਾਜ ਉਹ ਕਿਹੜੇ ਦਰਸ਼ਨ ਨੇ? ਸਾਡਾ ਵੀ ਮਨ ਚਾਹੁੰਦਾ ਹੈ। ਤੇ ਮਹਾਰਾਜ ਸਾਹਿਬ ਗੁਰੂ ਅਰਜਨ ਦੇਵ ਸੱਚੇ ਪਾਤਸ਼ਾਹ ਜੀ ਨੇ ਦਰਸ਼ਨਾਂ ਦੀ ਖਿੱਚ ਬਾਰੇ ਦੱਸਿਆ। ਫਿਰ ਦਰਸ਼ਨ ਨਾ ਹੋਣ ਦੇ ਕਾਰਨ ਦੱਸਿਆ ਕਿ ਕਾਰਨ ਕੀ ਹੈ ਜਿਨ੍ਹਾਂ ਕਰਕੇ ਸੰਗਤਾਂ ਨੂੰ, ਗੁਰਮੁਖਾਂ ਨੂੰ, ਪਿਆਰਿਆਂ ਨੂੰ ਦਰਸ਼ਨ ਨਹੀਂ ਹੁੰਦੇ ਹਨ। ਤੇ ਫਿਰ ਉਹਦੇ ਦਰਸ਼ਨਾਂ ਦੀ ਪ੍ਰਾਪਤੀ ਹੋਵੇਗੀ ਕਿਵੇਂ? ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਸਾਧ ਸੰਗਤ ਜੀ ਸਾਡੇ ਤੇ ਮਿਹਰਾਂ ਕਰ ਰਹੇ ਨੇ। ਆਓ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦਾ ਪਾਵਨ ਬਚਨ ਸਰਵਣ ਕਰੀਏ। ਸਾਰੇ ਪਿਆਰ ਨਾਲ ਬੁਲਾਓ, ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸੂਹੀ ਮਹਲਾ ਪੰਜਵਾ। ਸੂਹੀ ਰਾਗਣੀ ਦੁਆਰਾ ਪੰਚਮ ਪਾਤਸ਼ਾਹ ਜੀ ਕਿਰਪਾ ਕਰਦੇ ਹਨ, ਮਿਹਰ ਕਰਦੇ ਨੇ। ਦਰਸ਼ਨ ਕੋ ਲੋਚੈ ਸਭ ਕੋਈ। ਮਹਾਰਾਜ ਜੀ ਬਖਸ਼ਿਸ਼ ਕਰਦੇ ਭਾਈ, ਜਿਵੇਂ ਤੁਸੀਂ ਸਵਾਲ ਕਰਦੇ ਹੋ ਨਾ, ਇਹ ਵਾਕਿਆ ਗੱਲ ਸਹੀ ਹੈ। ਹਰ ਕੋਈ ਚਾਹੁੰਦਾ ਹੈ ਕਿ ਐਸੇ ਦਰਸ਼ਨ ਮਿਲਣ ਜਿਨ੍ਹਾਂ ਕਰਕੇ ਜ਼ਿੰਦਗੀ ਦੀ ਸਫਲਤਾ ਹੁੰਦੀ ਹੈ। ਉਹ ਦਰਸ਼ਨ ਪ੍ਰਾਪਤ ਹੋ ਜਾਣ ਜਿਨ੍ਹਾਂ ਕਰਕੇ ਮਨ ਧੀਰਜ ਵਿੱਚ ਆਉਂਦਾ ਹੈ, ਜਿਸ ਕਰਕੇ ਫਿਰ ਦੁਬਾਰਾ ਹੋਰ ਕੁਝ ਵੇਖਣ ਦੀ ਇੱਛਾ ਨਹੀਂ ਰਹਿੰਦੀ। ਉਹ ਦਰਸ਼ਨ ਹੀ ਐਸੇ ਹਨ। ਇਸ ਵਾਸਤੇ ਮਹਾਰਾਜ ਕਹਿੰਦੇ ਜਿੰਨੀ ਸ੍ਰਿਸ਼ਟੀ ਹੈ, ਪ੍ਰਗਟ ਤੇ ਗੁਪਤ ਦੋਵੇਂ ਹੀ,
ਇਹ ਨਹੀਂ ਕਿ ਪ੍ਰਗਟ ਸ੍ਰਿਸ਼ਟੀ ਕੇਵਲ, ਗੁਪਤ ਸ੍ਰਿਸ਼ਟੀ ਜਿਸ ਬਾਰੇ ਸੋਦਰ ਵਿੱਚ ਧੰਨ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਬਖਸ਼ਿਸ਼ਾਂ ਕਰਕੇ ਜ਼ਿਕਰ ਕੀਤਾ ਹੈ ਕਿ ਉਹ ਵੀ ਗਾਇਨ ਕਰ ਰਹੇ ਨੇ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਆਪਾਂ ਸੋਦਰ ਦੇ ਬਚਨ ਜਪਜੀ ਸਾਹਿਬ ਜੀ ਵਿੱਚ ਵੀ ਪੜ੍ਹਦੇ ਹਾਂ, ਜਿਹੜੇ ਰੋਜ਼ ਨਿਤਨੇਮੀ ਗੁਰਮੁਖ ਜਪ ਜਦੋਂ ਬਾਣੀ ਆਪਾਂ ਪੜ੍ਹਦੇ ਹਾਂ ਅੰਮ੍ਰਿਤ ਵੇਲੇ, ਉਹਦੇ ਵਿੱਚ ਬਚਨ ਪੜ੍ਹਦੇ ਹਾਂ, ਸੋ ਦਰ ਕਿਹਾ ਸੋ ਕਰ ਕਿਹਾ। ਸ਼ਾਮ ਨੂੰ ਜਦੋਂ ਆਪਾਂ ਸੰਧਿਆ ਵੇਲੇ ਰਹਿਰਾਸ ਸਾਹਿਬ ਜੀ ਪੜ੍ਹਦੇ ਹਾਂ, ਜਾਂ ਸ੍ਰੀ ਹਰਿਮੰਦਰ ਸਾਹਿਬ ਜੀ ਤੋਂ ਕੀਰਤਨ ਸੁਣਦਿਆਂ ਹੋਇਆਂ, ਜਾਂ ਇੱਥੇ ਜਦੋਂ ਰਾਗੀ ਸਿੰਘ ਚੌਂਕੀ ਲਾਉਂਦੇ ਆ ਸੋਦਰ ਦੀ, ਉਦੋਂ ਵੀ ਬਚਨ ਸਰਵਣ ਕਰਦੇ ਹਾਂ। ਸੋ ਦਰ ਤੇਰਾ ਕਿਹਾ ਸੋ ਘਰ ਕਿਹਾ, ਜਿਤ ਬਹਿ ਸਰਬ ਸੰਭਾਲੇ। ਫਿਰ ਜਿਹੜੇ ਸਹਿਜ ਪਾਠ ਕਰਦੇ ਆ, ਆਸਾ ਰਾਗ ਦੇ ਆਰੰਭ ਦੇ ਵਿੱਚ ਇਹ ਸੋਦਰ ਸਾਹਿਬਾਂ ਨੇ ਫਿਰ ਬਖਸ਼ਿਸ਼ ਕੀਤਾ, ਉਹਦੇ ਵਿੱਚ ਮਹਾਰਾਜ ਜੀ ਫਿਰ ਬਖਸ਼ਿਸ਼ ਕਰਦੇ ਨੇ। 3 ਵਾਰੀ ਸੋਦਰ ਉਚਾਰਨ ਕੀਤਾ ਤੇ 3 ਵਾਰੀ ਆਪ ਜੀ ਨੇ ਦੱਸਿਆ ਹੈ। ਜੇ ਆਪਾਂ ਰਹਿਰਾਸ ਸਾਹਿਬ ਜੀ ਵਾਲਾ ਹੀ ਸੋਦਰ ਪੜ੍ਹੀਏ, ਮਹਾਰਾਜ ਜੀ ਕਹਿੰਦੇ ਨੇ, ਗਾਵਨ ਤੁਧਨੋ ਈਸ਼ਰ ਬਰਮਾ ਦੇਵੀ ਸੋਹਨ ਸਦਾ ਸਵਾਰੇ, ਕਿ ਉਹ ਵੀ ਗਾਇਨ ਕਰ ਰਹੇ, ਕੋਈ ਹੈ ਤਾਂ ਹੀ ਕਿਹਾ ਹੈ ਨਾ। ਤੇ ਫਿਰ ਇਹ ਸਾਰੇ ਉਹਨੂੰ ਗਾਇਨ ਕਰ ਰਹੇ। ਹੁਣ ਇੱਕ ਸਵਾਲ ਬਣ ਜਾਂਦਾ ਹੈ ਕਿ ਮਹਾਰਾਜ ਜੀ ਨੇ ਸੋਦਰ 3 ਦੇ ਵਿੱਚ ਜੋ ਸਾਡੇ ਇੱਧਰ ਦੀ ਸੱਭਿਆਚਾਰ, ਹਿੰਦੁਸਤਾਨ ਦਾ ਪੁਰਾਤਨ ਸੱਭਿਆਚਾਰ ਹੈ, ਜੋ ਸਨਾਤਨੀ ਵੀਰ ਆਪਣੇ ਆਪ ਨੂੰ ਅਖਵਾਉਂਦੇ ਆ, ਉਹਨਾਂ ਦੇ ਜੇ ਗ੍ਰੰਥਾਂ ਨੂੰ ਪੜ੍ਹੀਏ, ਗੁਰੂ ਨਾਨਕ ਦੇਵ ਜੀ ਦੇ ਅਵਤਾਰ ਤੋਂ ਪਹਿਲਾਂ ਸਾਰੀ ਇਸ ਹਿੰਦੁਸਤਾਨ ਦੀ ਕਾਇਨਾਤ ਦੇ ਵਿੱਚ ਉਹਨਾਂ ਵੇਦਾਂ ਸ਼ਾਸਤਰਾਂ ਨੂੰ ਪੜ੍ਹਦੇ, ਉਹਨਾਂ ਦੇ ਉੱਤੇ ਇਸ਼ਟ ਭਾਵਨਾ ਰੱਖਿਆ ਕਰਦੇ ਸੀ, ਸਤਿਕਾਰ, ਤੇ ਉਹਦੇ ਵਿੱਚ ਬਹੁਤ ਜ਼ਿਕਰ ਆਉਂਦਾ ਹੈ। ਕ੍ਰਿਸ਼ਨ ਜੀ ਵੀ ਗੀਤਾ ਵਿੱਚ ਇਹ ਬਚਨ ਕਹਿੰਦੇ ਨੇ, ਤ੍ਰਿਆ ਗੁਣ ਵੇਥਿਆ ਵੇਦਾਹ, ਵੇਦ 3 ਗੁਣਾਂ ਦਾ ਵਿਖਿਆਨ ਕਰਦੇ ਆ। ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ 3 ਗੁਣ ਹੀ ਹੈ। ਬ੍ਰਹਮਾ ਨੂੰ ਰਜੋਗੁਣੀ ਮੰਨਿਆ ਹੈ, ਰਜੋਗੁਣ ਤੱਤ, ਸਤੋਗੁਣੀ ਤੱਤ ਵਿਸ਼ਨੂੰ ਮੰਨਿਆ ਹੈ, ਤੇ ਤਮੋਗੁਣੀ ਤੱਤ ਜਿਹੜਾ ਹੈ ਉਹਨੂੰ ਸ਼ਿਵ ਕਰਕੇ ਪੂਜਦੇ ਨੇ। ਫਿਰ ਇਹ ਮਨ ਵਿੱਚ ਸਵਾਲ ਆਉਂਦਾ ਹੈ ਕਿ ਮਹਾਰਾਜ ਜੀ ਨੇ ਇੱਧਰ ਦੇ ਮੂਲ ਤੇ ਲਿਖ ਦਿੱਤੇ ਸਾਰੇ, ਇੰਦਰ ਦਾ ਵੀ ਜ਼ਿਕਰ ਕਰ ਦਿੱਤਾ, ਉਹ ਵੀ ਗਾਉਂਦਾ ਹੈ, ਪਰ ਸ਼ਾਮੀ ਮੱਤ ਦੇ ਜਿਵੇਂ ਮੁਹੰਮਦ ਸਾਹਿਬ ਤੋਂ ਪਹਿਲਾਂ ਬੜੇ ਹੋਏ ਹੈ, ਈਸਾ ਮਸੀਹ ਇਤਿਆਦਿਕ, ਕਿ ਉਹ ਨਹੀਂ ਗਾਉਂਦੇ, ਉਹਨਾਂ ਦਾ ਕਿਸੇ ਦਾ ਕੋਈ ਜ਼ਿਕਰ ਨਹੀਂ ਹੈ। ਸਾਧ ਸੰਗਤ ਜੀ, ਇਹਦਾ ਮੂਲ ਕਾਰਨ ਇਹ ਹੈ, ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ 3 ਹੀ ਸੋਦਰਾਂ ਦੇ ਵਿੱਚ ਦੁਨੀਆ ਵਿੱਚ ਸਰੀਰਧਾਰੀ ਪ੍ਰਤੱਖ ਜਿਨ੍ਹਾਂ ਅਵਤਾਰ ਲਏ, ਜਿਨ੍ਹਾਂ ਨੂੰ ਕਿਹਾ ਜਾਂਦਾ ਹੈ, ਉਹਨਾਂ ਦਾ ਜ਼ਿਕਰ ਨਹੀਂ ਕੀਤਾ। ਨਾ ਰਾਮਚੰਦਰ ਜੀ ਦਾ ਕੀਤਾ, ਨਾ ਕ੍ਰਿਸ਼ਨ ਜੀ ਦਾ ਕੀਤਾ। ਜਿਹੜੇ ਮੂਲ ਤੱਤ ਨੇ, ਮੂਲ ਜਿਹੜੇ ਨੇ, ਉਹਨਾਂ ਦਾ ਹੀ ਕੇਵਲ ਜ਼ਿਕਰ ਕੀਤਾ। ਹਿੰਦੁਸਤਾਨ ਦੇ ਵਿੱਚ ਵੱਡੇ ਤੋਂ ਵੱਡੇ ਜੇ ਦੇਵਤੇ ਦੀ ਪੂਜਾ ਕਿਸੇ ਰੂਪ ਵਿੱਚ ਕੀਤੀ ਜਾਂਦੀ ਹੈ, ਉਹ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ ਦੇ ਰੂਪ ਵਿੱਚ ਕੀਤੀ ਜਾਂਦੀ। ਤੇ ਜੇ ਸ਼ਾਮੀ ਮੱਤ ਵੇਖੀਏ, ਆਪਾਂ ਪੱਛਮੀ ਮੱਤ ਨੂੰ ਦੇਖ ਲਈਏ, ਤੇ ਉੱਥੇ ਜਿਹੜੀ ਹੈ ਉਹ ਪੂਜਾ ਅਵਤਾਰਾਂ ਦੀ ਕਰਦੇ, ਪੈਗੰਬਰਾਂ ਦੀ। ਈਸਾ ਮਸੀਹ ਜੀ ਨੂੰ ਪੂਜਿਆ ਜਾਂਦਾ ਹੈ, ਇਬਰਾਹੀਮ ਜੀ ਨੂੰ ਪੂਜਿਆ ਜਾਂਦਾ ਹੈ, ਮੁਹੰਮਦ ਸਾਹਿਬ ਜੀ ਨੂੰ ਪੂਜਿਆ ਜਾਂਦਾ ਹੈ। ਤੇ ਬ੍ਰਹਮ ਗਿਆਨੀ ਗੁਰਮੁਖ ਜਿਨ੍ਹਾਂ ਟਕਸਾਲ ਦੇ ਵਿੱਚ ਦਾਸ ਜਿਨ੍ਹਾਂ ਦੇ ਪਾਸੋਂ ਪੜ੍ਹਿਆ ਗੁਰਮੁਖਾਂ ਪਾਸੋਂ, ਉਹ ਕਹਿੰਦੇ ਕਿ ਬ੍ਰਹਮਾ, ਵਿਸ਼ਨੂੰ, ਸ਼ਿਵ ਜੀ ਦਾ ਜਿਹੜਾ ਅਵਤਾਰ ਹੈ ਉਹ ਹਿੰਦੁਸਤਾਨ ਵਿੱਚ ਮੰਨੇ ਹੈ। ਤੇ ਜਿਹੜੇ ਬਾਹਰਲੇ ਦੇਸ਼ ਨੇ ਉਹਨਾਂ ਵਿੱਚ ਇੰਦਰ ਦੇ ਅਵਤਾਰ ਨੇ, ਕਿਉਂਕਿ ਉਹਨਾਂ ਦੇਸ਼ਾਂ ਦੀ ਮਨੌਤ ਹੀ ਇੰਨੀ ਹੈ, ਖਾਓ ਪੀਓ ਮੌਜਾਂ ਕਰੋ ਬਸ। ਬਹਿਸ਼ਤਾਂ ਦੀ ਇੱਛਾ ਹੈ, ਹੀਵਨ ਕਹਿ ਲੈਂਦੇ ਆ, ਬਸ ਉੱਥੋਂ ਤੱਕ ਉਹਨਾਂ ਦੀ ਦੌੜ ਹੈ। ਬਹਿਸ਼ਤਾਂ ਵਿੱਚ ਕੀ ਹੈ? ਮੁਸਲਮਾਨੀ ਮੱਤ ਨੂੰ ਪੁੱਛੀਏ, ਉਹ ਕਹਿੰਦੇ ਜੀ ਉੱਥੇ ਅੰਗੂਰਾਂ ਦੀ ਸ਼ਰਾਬ ਮਿਲਦੀ ਹੈ, ਸ਼ਹਿਦ ਦੀਆਂ ਨਦੀਆਂ ਵਗਦੀਆਂ, ਮਰਨ ਤੋਂ ਬਾਅਦ 72 ਹੂਰਾਂ ਮਿਲਦੀਆਂ। ਜੇ ਹਿੰਦੁਸਤਾਨ ਦੇ ਪੁਰਾਤਨ ਇਤਿਹਾਸ ਨੂੰ ਖੋਜਿਆ ਜਾਵੇ ਤੇ ਇਸ ਨੂੰ ਇਹਨਾਂ ਨੇ ਸਵਰਗ ਕਿਹਾ, ਜਿੱਥੋਂ ਦਾ ਰਾਜਾ ਇੰਦਰ ਹੈ, ਜਿੱਥੇ ਅਪਸ਼ਰਾਂ ਇਤਿਆਦਿਕ ਮਿਲਦੀਆਂ, ਜਾਂ ਸੋਮਰਸ, ਉਹ ਅੰਗੂਰਾਂ ਦੀ ਸ਼ਰਾਬ ਕਹਿ ਦਿੰਦੇ, ਸੋਮਰਸ ਕਹਿ ਦਿੰਦੇ। ਇਸ ਵਾਸਤੇ ਮਹਾਰਾਜ ਜੀ ਨੇ ਮੂਲ ਜਿੰਨ ਜਿਹੜੇ ਕਹੇ ਆ ਨਾ, ਉਹਨਾਂ ਦੀ ਗਿਣਤੀ ਕਰ ਦਿੱਤੀ ਹੈ। ਇੰਦਰ ਹੀ ਉੱਧਰ ਦਾ
ਵੱਡੇ ਤੋਂ ਵੱਡਾ ਹੋਇਆ ਹੈ, ਆ ਕਰਕੇ ਜਿਨੇ ਸ੍ਰਿਸ਼ਟੀ ਵਿੱਚ ਉਪਦੇਸ਼ ਦਿੱਤਾ ਹੈ, ਤੇ ਉਹਨਾਂ ਦਾ ਸਿਧਾਂਤ ਹੀ ਇੰਨਾ ਕੀ ਹੈ, ਖਾਓ ਪੀਓ, ਸਵਰਗਾਂ 'ਚ ਜਾਓ, ਹੀਵਨ 'ਚ ਜਾਓ, ਪਰਉਪਕਾਰ ਕਰੋ। ਆਪਣੇ ਇੱਧਰ ਜਿਹੜੀ ਮੱਤ ਹੈ, ਜਿੱਥੇ ਉਹ ਰੁਕੇ ਹੋਏ ਸੀ, ਉਹ ਸੀ ਬੈਕੁੰਠ ਜਾਂ ਬ੍ਰਹਮਪੁਰੀ। ਜੇ ਬ੍ਰਹਮਨੰਦਰ ਨਾੜੀ ਨੂੰ ਪਾੜ ਕਰਕੇ ਉਹਦੇ ਵਿੱਚੋਂ ਦੀ ਦਰਸ਼ਨ ਕੀਤੇ ਜਾਣ, ਤੇ ਫਿਰ ਉਹ ਕਹਿੰਦੇ ਬੈਕੁੰਠ ਵਿੱਚ ਪਹੁੰਚ ਜਾਂਦਾ। ਤੇ ਇੱਕ ਓੰਕਾਰ ਸਤਿਗੁਰ ਪ੍ਰਸਾਦ ਇਸ ਤੋਂ ਅਗਲੇ ਸ਼ਬਦ ਦਾ ਸਿਰਲੇਖ ਹੈ। ਤੇ ਇਹਦੀ ਵਿਆਖਿਆ ਕਰਦੇ ਹੋਏ ਵੀ ਇੱਥੋਂ ਦੇ ਜਿਹੜੇ ਮਤ ਨੇ ਉਹ ਇਹ ਕਹਿੰਦੇ ਆ ਕਿ ਬ੍ਰਹਮਾ, ਵਿਸ਼ਨੂੰ ਤੇ ਸ਼ਿਵ ਜੀ ਦਾ ਵਾਚਕ ਹੈ ਓੰਕਾਰ। ਇਸੇ ਵਾਸਤੇ ਨਰਮਦਾ ਦਰਿਆ ਦੇ ਕਿਨਾਰੇ ਤੇ ਓੰਕੇਸ਼ਵਰ ਤੀਰਥ ਹੈ। ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਨੇ ਇੱਥੋਂ ਤੱਕ ਰੁਕੀ ਹੋਈ ਸ੍ਰਿਸ਼ਟੀ ਨੂੰ ਗਾਂਹ ਤੋਰਿਆ ਹੈ। ਇਸੇ ਵਾਸਤੇ ਤਿੰਨਾਂ ਸੋਦਰਾਂ ਦੇ ਵਿੱਚ ਕਿਹਾ ਹੈ, ਭਾਈ ਸੋ ਦਰ ਕਿਹਾ, ਉਹ ਦਰ ਕਿਹੋ ਜਿਹਾ ਹੈ, ਸੋ ਘਰ ਕਿਹਾ ਜਿਤ ਬਹਿ ਸਰਬ ਸੰਭਾਲੇ। ਜਿੱਥੇ ਵਾਹਿਗੁਰੂ ਸਾਰਿਆਂ ਨੂੰ ਬੈਠ ਕਰਕੇ ਸੰਭਾਲ ਲਿਆ, ਉਹ ਦਰ ਦੇ ਬਾਰੇ ਸੋਚਿਆ ਕਦੀ ਕਿਹੋ ਜਿਹਾ, ਉਹ ਘਰ ਕਿਹੋ ਜਿਹਾ ਹੈ। ਉੱਥੇ ਤਿੰਨੋਂ ਗੁਣ ਨਹੀਂ ਹਨ, ਜਿਨ੍ਹਾਂ ਦਾ ਸੋਦਰ ਵਿੱਚ ਬਾਅਦ ਵਿੱਚ ਮਹਾਰਾਜ ਜ਼ਿਕਰ ਕਰਦੇ ਕਿ ਉਹ ਵੀ ਗਾਇਨ ਕਰ ਰਹੇ ਹੈ। ਉਸ ਤੋਂ ਥੱਲੇ ਆ ਜਾਂਦੇ ਇੰਦਰ ਇਤਿਆਦਿਕ ਗਾਇਨ ਕਰਦੇ, ਉਸ ਤੋਂ ਅੱਗੇ ਆ ਜਾਂਦੇ ਫਿਰ ਸ੍ਰਿਸ਼ਟੀ ਦਾ ਜ਼ਿਕਰ ਹੈ ਕਿ ਸਿੱਧ ਸਮਾਧੀਆਂ ਵਿੱਚ ਗਾਇਨ ਕਰ ਰਹੇ ਨੇ, ਪੰਡਿਤ ਕਥਾ ਕਰ ਕਰਕੇ ਵਿਦਵਾਨ ਗਾਇਨ ਕਰ ਰਹੇ ਨੇ, ਸਾਧੂ ਮਹਾਤਮਾ ਨੇ ਗਾਇਨ ਕਰ ਰਹੇ ਨੇ, ਤਿੰਨਾਂ ਲੋਕਾਂ ਦੀਆਂ ਸੁੰਦਰ ਇਸਤਰੀਆਂ ਜਿਹੜੀਆਂ ਬੀਬੀਆਂ ਉਹ ਵੀ ਗਾਇਨ ਕਰ ਰਹੀਆਂ। 68 ਤੀਰਥ ਇਤਿਆਦਿਕ ਜੋ ਕੁਛ ਬ੍ਰਹਮੰਡ ਖੰਡ ਵਿੱਚ ਹੈ, ਸਭ ਉਸ ਵਾਹਿਗੁਰੂ ਨੂੰ ਗਾਇਨ ਕਰ ਰਿਹਾ ਹੈ। ਫਿਰ ਹੌਲੀ ਹੌਲੀ ਅਸਥੂਲ ਸ੍ਰਿਸ਼ਟੀ ਵਿੱਚ ਤਿੰਨਾਂ ਸੋਦਰਾਂ ਦਾ ਮਹਾਰਾਜ ਜੀ ਨੇ ਜ਼ਿਕਰ ਕੀਤਾ। ਦਰਸ਼ਨਾਂ ਨੂੰ ਚਾਹਣਾ ਗੱਲ ਵੱਖਰੀ ਹੈ, ਪਰ ਉਹਦੀ ਪ੍ਰਾਪਤੀ ਦੇ ਰਾਹ ਤੇ ਤੁਰਨਾ ਇਹ ਗੱਲ ਵੱਖਰੀ ਹੈ। ਇੱਥੇ ਤਪ ਸਾਧਨ ਕਰ ਲਵਾਂਗੇ, ਇੱਥੇ ਪੁੰਨਦਾਨ ਕਰ ਲਵਾਂਗੇ, ਮਰਨ ਤੋਂ ਬਾਅਦ ਸਵਰਗਾਂ ਦੇ ਵਿੱਚ ਜਾਂ ਬੈਕੁੰਠਪੁਰੀ ਵਿੱਚ ਜਾਂ ਫਿਰ ਬ੍ਰਹਮਪੁਰੀ 'ਚ ਜਾ ਕੇ ਸੁਖ ਭੋਗਾਂਗੇ। ਇਹ ਇੱਛਾ ਵਾਲਾ ਬ੍ਰਹਮ ਦਾ, ਪਰਮਾਤਮਾ ਦਾ ਦਰਸ਼ਨ ਨਹੀਂ ਪ੍ਰਾਪਤ ਕਰ ਸਕਦਾ, ਕਿਉਂਕਿ ਇਹਨਾਂ ਪੁਰੀਆਂ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਕਹਿੰਦੇ ਦੁਬਾਰਾ ਫਿਰ ਸ੍ਰਿਸ਼ਟੀ ਤੇ ਆਉਣਾ ਪੈਂਦਾ ਹੈ। ਇੰਦਰਪੁਰੀ ਮਹਿ ਸਰ ਪਰ ਮਰਨਾ, ਬ੍ਰਹਮਪੁਰੀ ਨਿਹਚਲ ਨਹੀਂ ਰਹਿਣਾ, ਸ਼ਿਵਪੁਰੀ ਕਾ ਹੋਏਗਾ ਕਾਲਾ, ਤ੍ਰਿਗੁਣ ਮਾਇਆ ਬਿਨਸ ਬਿਤਾਲਾ। ਤੇ ਜਦੋਂ ਇਹਨਾਂ ਤ੍ਰਿਗੁਣਾਤਮਕ ਮਾਇਆ ਦਾ ਨਾਸ ਹੋ ਜਾਂਦਾ ਹੈ, ਉੱਥੇ ਮੌਤ ਹੁੰਦੀ ਹੈ, ਤੇ ਫਿਰ ਸਾਧ ਸੰਗਤ ਜੀ ਬ੍ਰਹਮ ਵਿੱਚ ਤਾਂ ਮੌਤ ਹੈ ਨਹੀਂ। ਥਿਰ ਪਾਰ ਬ੍ਰਹਮ ਪਰਮੇਸ਼ਰੋ ਸੇਵਕ ਥਿਰ ਹੋਸੀ। ਇਸ ਵਾਸਤੇ ਉਸ ਰਸਤੇ ਦੀ ਪਕੜ ਹੋਣੀ ਚਾਹੀਦੀ ਹੈ, ਤੇ ਉਸ ਪਕੜ ਰਸਤੇ ਤੇ ਜੇ ਤੁਰਨਾ ਤੇ ਫਿਰ ਨਿਸਕਾਮ ਭਾਵਨਾ ਹੈ, ਕੋਈ ਵੀ ਸੁੱਖ ਦੀ ਇੱਛਾ ਨਹੀਂ। ਜਿਵੇਂ ਧੰਨ ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸਾਡੇ ਤੇ ਕਿਰਪਾ ਕਰਦੇ ਆ, ਗੁਰਸਿੱਖਾ ਕੋਈ ਵਾਸ਼ਨਾ ਨਾ ਰੱਖ, ਸੇਵਾ ਕਰ ਰਿਹਾ ਹੈ ਗੁਰੂ ਦਾ ਹੁਕਮ ਹੈ, ਰਹਿਤ ਰੱਖਣੀ ਹੈ ਗੁਰੂ ਦਾ ਹੁਕਮ ਹੈ, ਬਾਣੀ ਪੜ੍ਹਨੀ ਹੈ ਗੁਰੂ ਦਾ ਹੁਕਮ ਹੈ, ਸਤਸੰਗਤ ਕਰਨੀ ਹੈ ਗੁਰੂ ਸਾਹਿਬ ਜੀ ਦਾ ਹੁਕਮ ਹੈ। ਕੋਈ ਵੀ ਪੁੱਛਦਾ ਹੈ ਭਾਈ ਆ ਕਿਉਂ ਕਰਦੇ ਹੋ, ਕਹੋ ਭਾਈ ਸਤਿਗੁਰੂ ਸਾਹਿਬ ਜੀ ਦਾ ਹੁਕਮ ਹੈ, ਬਾਣੀ ਪੜ੍ਹੋ। ਸਤਿਗੁਰੂ ਸਾਹਿਬ ਜੀ ਦਾ ਹੁਕਮ ਹੈ ਗੁਰਸਿੱਖਾ, ਸਾਬਤ ਸੂਰਤ ਦਸਤਾਰ ਸਿਰਾ। ਕੇਸ ਦਾੜਾ ਸਾਬਤ ਰੱਖਣਾ ਹੈ, ਸਿਰ ਤੇ ਦਸਤਾਰ ਬੰਨਣੀ ਹੈ, ਸਿਰ ਤੋਂ ਲੈ ਕਰਕੇ ਪੈਰ ਦੇ ਅੰਗੂਠੇ ਤੱਕ ਕੇਸਾਂ ਨੂੰ ਰੰਗਾਉਣਾ, ਮਨਾਉਣਾ, ਘਸਾਉਣਾ, ਪੁੱਟਣੇ ਇਤਿਆਦਿਕ ਹਰ ਗੁਰਸਿੱਖ ਵਾਸਤੇ। ਗੁਰਸਿੱਖ ਦਾ ਭਾਵ ਇਹ ਨਹੀਂ ਕਿ ਬੰਦਾ ਹੀ, ਬੀਬੀ ਤੇ ਮਰਦ ਦੋਵਾਂ ਨੂੰ ਹੀ ਮਨਾਹੀ ਹੈ। ਜੇ ਵਾਹਿਗੁਰੂ ਦੇ ਦਰਸ਼ਨ ਕਰਨੇ ਹੈ, ਚਾਹੁੰਦਾ ਤੇ ਹੈ, ਪਰ ਜੇ ਉਹਦੇ ਦਰਸ਼ਨ ਕਰਨੇ ਫਿਰ ਨਿਸਕਾਮ ਭਾਵਨਾ। ਇੱਥੋਂ ਤੱਕ ਕਿ ਆਪਣਾ ਸਿਰ ਵੀ, ਆਪਣਾ ਸਰੀਰ ਵੀ ਇਸ ਤਰ੍ਹਾਂ ਦਾਨ ਕਰਦੇ ਜੇ ਦੇਸ਼ ਕੌਮ ਦੀ ਰੱਖਿਆ ਵਾਸਤੇ ਦੇਣਾ ਪੈ ਰਿਹਾ, ਜਿਵੇਂ ਆਪਾਂ ਕੱਖ ਛੁੱਟ ਦਿੰਦੇ ਤੀਲਾ ਚੁੱਕ ਕੇ। ਇੱਛਾ ਨਾ ਰੱਖ ਕਿ ਜੇ ਮੈਂ ਸਿਰ ਦੇਵਾਂਗਾ ਤੇ ਬਹਿਸ਼ਤਾਂ ਵਿੱਚ ਜਾ ਕੇ ਤੇ ਸਵਰਗਾਂ ਦੇ ਵਿੱਚ ਮੈਨੂੰ 12 ਜੋ 72 ਹੂਰਾਂ ਮਿਲਣਗੀਆਂ ਜਾਂ ਅਪਸ਼ਰਾਂ ਮਿਲਣਗੀਆਂ, ਇਹ ਨਹੀਂ। ਜੇ ਸਾਮੀ ਮੱਤ ਯਾਨੀ ਕਿ ਪੱਛਮੀ ਮੱਤ ਨੂੰ ਪੜ੍ਹੀਏ, ਉੱਥੇ ਹੂਰਾਂ ਦਾ ਜ਼ਿਕਰ ਕਰ ਦਿੰਦੇ ਆ, ਤੇ ਜੇ ਇੱਧਰ ਦੀ ਮੱਤ ਪੜ੍ਹੀਏ ਉਹ ਕਹਿੰਦੇ ਸੂਰਮੇ ਸ਼ਹੀਦ ਹੋ ਕੇ ਸਵਰਗਾਂ 'ਚ ਜਾਂਦੇ ਆ, ਉੱਥੇ ਫਿਰ ਸੁੰਦਰ ਅਪਸ਼ਰਾਵਾਂ ਉਹਨਾਂ ਨੂੰ ਵਰਦੀਆਂ। ਸਤਿਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਜੀ ਨੇ ਸਾਨੂੰ ਸ਼ਹੀਦੀ ਵਾਸਤੇ ਕੋਈ ਲਾਲਚ ਨਹੀਂ ਦਿੱਤਾ। ਸਾਹਿਬ ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਕਹਿੰਦੇ ਭਾਈ ਜੇ ਕਿਸੇ ਦੀ ਰੱਖਿਆ ਵਾਸਤੇ, ਜੇ ਹਿਊਮਨ ਵਾਸਤੇ, ਜੇ ਅਧਿਕਾਰਾਂ ਵਾਸਤੇ, ਹਿਊਮਨ ਰਾਈਟਸ ਵਾਸਤੇ ਵੀ ਜੇ ਸਰੀਰ ਦੇਣਾ ਪੈਂਦਾ, ਭਾਵੇਂ ਕਿਸੇ ਦਾ ਧਰਮ ਹੋਵੇ ਤੇ ਉੱਥੇ ਸਰੀਰ ਦੇ ਦਿਓ।
ਇਸੇ ਗੱਲ ਨੂੰ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਜੋ ਪਾਵਨ ਬਾਣੀ ਹੈ ਸਿੱਧਾਂ ਦੇ ਨਾਲ ਚਰਚਾ ਕਰਦਿਆਂ ਹੋਇਆਂ ਆਪ ਜੀ ਨੇ ਬਚਨ ਕਹੇ ਨੇ। ਰਾਮਕਲੀ ਰਾਗ ਦੇ ਵਿੱਚ ਵਾਰ ਵਿੱਚ ਇਹ ਉਪਦੇਸ਼ ਹੈ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ। ਸੋ ਗਿਰਹੀ ਜੋ ਨਿਗ੍ਰਹ ਕਰੈ, ਜਪ ਤਪ ਸੰਯਮ ਭਿਖਿਆ ਕਰੈ, ਪੁੰਨ ਦਾਨ ਕਾ ਕਰੈ ਸਰੀਰ, ਸੋ ਗਿਰਹੀ ਗੰਗਾ ਕਾ ਨੀਰ। ਇੱਛਾ ਨਹੀਂ, ਜੇ ਉਹਦੇ ਦਰਸ਼ਨ ਕਰਨੇ ਤੇ ਵਾਸ਼ਨਾ ਦਾ ਬਿਲਕੁਲ ਤਿਆਗ ਕਰਨਾ ਪਵੇਗਾ, ਕਿਉਂਕਿ ਵਾਸ਼ਨਾਵਾਂ ਮਨ ਨੂੰ ਮੈਲਾ ਕਰਦੀਆਂ, ਵਾਸ਼ਨਾਵਾਂ ਸੰਸਾਰ ਵਿੱਚ ਭਟਕਾਉਂਦੀਆਂ। ਤੇ ਮਹਾਰਾਜ ਜੀ ਕਹਿੰਦੇ ਦੁਨੀਆ ਵਿੱਚ ਚਾਹੁੰਦਾ ਤੇ ਹਰ ਕੋਈ ਹੈ, ਮੈਨੂੰ ਅਕਾਲ ਪੁਰਖ ਵਾਹਿਗੁਰੂ ਪਰਮਾਤਮਾ ਦੀ ਜੋ ਜੋਤ ਕਣ ਕਣ ਦੇ ਵਿੱਚ ਹੈ, ਜਿਹਦੇ ਬਾਰੇ ਜ਼ਿਕਰ ਕੀਤਾ ਹੈ, ਲੱਛਣ ਦੱਸੇ ਹੈ ਕਿ ਜਿਹਨੂੰ ਇਹ ਪ੍ਰਾਪਤੀ ਹੋਈ ਉਹ ਕਿਹੋ ਜਿਹਾ ਹੈ। ਸ਼ਲੋਕ ਮਨ ਸਾਚਾ ਮੁਖ ਸਾਚਾ ਸੋਏ, ਅਵਰ ਨਾ ਪੇਖਾ ਏਕਸ ਬਿਨ ਕੋਏ, ਨਾਨਕ ਇਹ ਲੱਛਣ ਬ੍ਰਹਮ ਗਿਆਨੀ ਹੋਏ। ਹਰ ਇੱਕ ਦੇ ਅੰਦਰ ਹੀ ਪਰਮਾਤਮਾ ਦੀ ਜੋਤ ਨੂੰ ਤੱਕ ਕੇ ਵਿਚਰਨਾ ਸੰਸਾਰ ਵਿੱਚ, ਜਾਂ ਜੋ ਵਾਹਿਗੁਰੂ ਜੀ ਨੇ ਡਿਊਟੀ ਲਾਈ ਹੈ। ਇਹ ਨਹੀਂ ਹੁੰਦਾ ਕਿ 24 ਘੰਟੇ ਹੀ ਹਰ ਇਨਸਾਨ ਦੇ ਅੰਦਰ ਉਹ ਕੇਵਲ ਜੋਤ ਹੀ ਦੇਖਦੇ ਰਹਿੰਦੇ ਆ, ਨਹੀਂ, ਬਾਹਰ ਮੁਖੀ ਵੀ ਹੁੰਦੇ ਆ। ਜੇ ਬਾਹਰ ਮੁਖੀ ਨਾ ਹੋਣ, ਭਾਵ ਆਪਣੀ ਸੁਰਤੀ ਬਿਰਤੀ ਨੂੰ ਥੋੜ੍ਹਾ ਜਿਹਾ ਸਰੀਰ ਦੀ ਚਮੜੀ ਤੱਕ ਨਾ ਰੋਕਣ, ਤੇ ਫਿਰ ਗੁਰੂ ਸਾਹਿਬ ਜੀ ਨੇ ਜੋ ਇੰਨਾ ਉਪਦੇਸ਼ ਬਖਸ਼ਿਸ਼ ਕੀਤਾ ਉਹ ਕਿੱਦਾਂ ਦੇ ਸਕਦੇ। ਬਾਹਰ ਦੇ ਕਰਮ ਦੇਖਣੇ ਪੈਂਦੇ ਆ। ਆਪਾਂ ਕਈ ਵਾਰ ਕਹਿ ਦਿੰਦੇ ਆ ਕਿ ਭਾਈ ਬ੍ਰਹਮ ਗਿਆਨੀ ਦਾ ਤੇ ਪਤਾ ਨਹੀਂ ਲੱਗਦਾ ਕਿਹੜਾ। ਗੁਰਮੁਖੋ ਬਾਹਰੋਂ ਨਹੀਂ ਪਤਾ ਲੱਗੇਗਾ। ਸੰਤ ਕੌਣ ਹੈ? ਕੇਵਲ ਬਾਣੇ ਤੋਂ ਇਹ ਨਹੀਂ ਕਿ ਗੋਲ ਦਸਤਾਰ ਬੰਨ ਲਈ, ਚੋਲਾ ਪਾ ਲਿਆ, ਉੱਪਰ ਦੀ ਗਾਤਰਾ ਪਾ ਲਿਆ ਤੇ ਉਹ ਸੰਤ ਹੋਏਗਾ, ਨਹੀਂ। ਜਾਂ ਕੋਈ ਕੁੜਤਾ ਪਜਾਮਾ ਪਾਉਂਦਾ ਹੈ ਤੇ ਗੋਲ ਦਸਤਾਰ ਜਾਂ ਨੁੱਕਰ ਵਾਲੀ ਦਸਤਾਰ ਬੱਧੀ ਹੈ, ਉਹ ਸੰਤ ਹੋਏਗਾ, ਨਹੀਂ। ਗੁਰਮੁਖੋ ਠੀਕ ਹੈ, ਗੁਰੂ ਸਾਹਿਬ ਜੀ ਨੇ ਮਰਿਆਦਾ ਸਾਨੂੰ ਬਖਸ਼ੀ ਹੈ, ਖੰਡੇ ਬਾਟੇ ਦੀ ਪੌਲ ਛਕਣੀ, ਇਹ ਸਾਡੇ ਇੱਧਰ ਦਾ ਸੱਭਿਆਚਾਰ ਹੈ। ਇੱਕ ਪਜਾਮਾ ਕੁੜਤਾ ਪਹਿਨਣਾ, ਦਸਤਾਰ ਬੰਨਣੀ, ਜਾਂ ਫਿਰ ਧਾਰਮਿਕ ਲੈਣ ਦੇ ਵਿੱਚ ਚੋਲਾ ਪਾਉਣਾ, ਇੱਕ ਬਾਹਰਲਾ ਲਿਬਾਸ ਹੈ। ਸਾਡੇ ਇੱਧਰ ਦਾ ਸੱਭਿਆਚਾਰ ਕਹਿ ਲਈਏ। ਇੱਕ ਆਪਣੇ ਸੱਭਿਆਚਾਰ ਨੂੰ ਵੀ ਬਚਾਉਣਾ ਜ਼ਰੂਰੀ ਚਾਹੀਦਾ ਹੈ। ਪੈਂਟ ਸ਼ਰਟ ਪਾਉਣੀ ਇਹ ਬਾਹਰ ਦਾ ਲਿਬਾਸ ਹੈ। ਦੂਸਰਾ, ਇਹ ਤੰਗ ਹੁੰਦਾ ਬੰਦਾ ਇਹਦੇ ਵਿੱਚ ਬੈਠਾ, ਸਰੀਰ ਨੂੰ ਰਿਲੈਕਸ ਕਰਕੇ ਬੈਠਣਾ ਹੈ ਸ਼ਾਂਤੀ ਨਾਲ। ਫਿਰ ਕੁੜਤਾ ਪਜਾਮਾ ਜਾਂ ਚੋਲੇ ਵਿੱਚ ਹੋਵੇ, ਬਹੁਤ ਸੌਖਾ ਰਹਿੰਦਾ। ਇਹ ਲਿਬਾਸ ਹੈ, ਇੱਕ ਭੇਖ ਹੈ। ਇੱਕ ਸੰਤ ਕੌਣ ਹੈ? ਜਿਨ੍ਹਾਂ ਸਾਸ ਗਿਰਾਸ ਨਾ ਵੀਸਰੈ, ਹਰ ਨਾਮਾ ਮਨ ਮੰਤ, ਧਨ ਸੇਈ ਨਾਨਕਾ ਪੂਰਨ ਸੋਈ ਸੰਤ, ਜਿਹਦਾ ਸਵਾਸਾਂ ਵਿੱਚ ਵੀ ਨਾਮ ਚੱਲ ਰਿਹਾ। ਇਹ ਪਹਿਲੀ ਪੌੜੀ ਹੈ, ਪੌੜੀ ਦਾ ਪਹਿਲਾ ਡੰਡਾ ਹੈ। ਜੇ ਕਿਸੇ ਨੇ ਦਰਸ਼ਨ ਪ੍ਰਾਪਤ ਕਰਨੇ ਆ, ਸਿਮਰਨ ਕਰਦਿਆਂ ਕਰਦਿਆਂ ਨਿਸਕਾਮ ਭਾਵਨਾ ਵਿੱਚ ਹੈ, ਤੇ ਜੇ ਚਾਹੁੰਦਾ ਹੈ ਕਿ ਰਸ ਹੋਰ ਆਨੰਦ ਆਵੇ, ਹੋਰ ਬਖਸ਼ਿਸ਼ ਹੋਵੇ, ਤੇ ਸਾਧ ਸੰਗਤ ਜੀ ਇਹ ਫਿਰ ਪਹਿਲਾ ਡੰਡਾ ਹੈ, ਸਵਾਸ ਸਵਾਸ ਸਿਮਰਨ ਚੱਲਣਾ। ਭਾਈ ਪਾਰੋ ਜੀ ਸਤਿਗੁਰੂ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਸਮੇਂ ਬ੍ਰਹਮ ਗਿਆਨੀ ਗੁਰਸਿੱਖ ਹੋਏ ਹੈ। ਸਾਹਿਬ ਗੁਰੂ ਅੰਗਦ ਦੇਵ ਜੀ ਮਹਾਰਾਜ ਜੀ ਦੇ ਚਰਨਾਂ ਵਿੱਚ ਇਸ ਨੇ ਸਿੱਖੀ ਪ੍ਰਾਪਤ ਕੀਤੀ ਹੈ। ਇਹਨੇ ਸਿੱਖੀ ਦੀ ਦਾਤ, ਉਪਦੇਸ਼ ਜਿਹੜਾ ਹੈ ਨਾ, ਉਹ ਗੁਰੂ ਅੰਗਦ ਦੇਵ ਜੀ ਮਹਾਰਾਜ ਤੋਂ ਲਿਆ। ਡੱਲਾ ਨਿਵਾਸੀ ਹੈ, ਜਿਨ੍ਹਾਂ ਦੇ ਖਾਨਦਾਨ ਵਿੱਚ, ਜਿਨ੍ਹਾਂ ਦੀ ਅੰਸ਼ ਬੰਸ ਵਿੱਚ ਧੰਨ ਸਾਹਿਬ ਗੁਰੂ ਹਰਗੋਬਿੰਦ ਸਾਹਿਬ ਜੀ ਮਹਾਰਾਜ ਦਾ ਆਨੰਦ ਕਾਰਜ ਹੋਇਆ ਹੈ ਮਾਤਾ ਦਾਮੋਦਰੀ ਜੀ ਦੇ ਨਾਲ। ਉਹਨਾਂ ਦੇ ਵਡੇਰੇ ਨੇ ਭਾਈ ਪਾਰੋ ਜੀ। ਧੰਨ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਜੀ ਦੇ ਸਮੇਂ ਤੱਕ ਮਰਿਆਦਾ ਵਿੱਚ ਰਹਿੰਦਿਆਂ, ਸਿਮਰਨ ਕਰਦਿਆਂ ਬੜਾ ਆਨੰਦ ਆਉਂਦਾ ਹੈ। ਮਹਾਰਾਜ ਜੀ ਨੂੰ ਇੱਕ ਦਿਨ ਪੁੱਛਿਆ, ਬੇਨਤੀ ਕੀਤੀ, ਮਹਾਰਾਜ ਜੀ ਸਿਮਰਨ ਕਰਦਿਆਂ ਆਨੰਦ ਬੜਾ ਆਉਂਦਾ ਹੈ, ਪਰ ਜ਼ੁਬਾਨ ਨਾਲ ਜਪਦਿਆਂ ਕਰਦਿਆਂ ਆਉਂਦਾ, ਜੇ ਨਹੀਂ ਕਰਦੇ ਤਾਂ ਰੁਕ ਜਾਂਦਾ, ਇਸ ਤੋਂ ਗਾਂ ਕੋਈ ਆਨੰਦ, ਕੋਈ ਅਵਸਥਾ ਹੈ? ਮਹਾਰਾਜ ਕਹਿੰਦੇ, ਭਾਈ ਪਾਰੋ ਕਿਉਂ ਨਹੀਂ, ਸਵਾਸ ਸਵਾਸ ਸਿਮਰਨ ਹੈ, ਜਿਹਦੇ ਬਾਰੇ ਧੰਨ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜ਼ਿਕਰ ਕੀਤਾ ਹੈ। ਸਾਸ ਸਾਸ ਸਿਮਰਾਹੁ ਗੋਬਿੰਦ, ਮਨ ਅੰਤਰ ਕੀ ਉਤਰੈ ਚਿੰਦ। ਭਾਈ ਪਾਰੋ ਜੀ ਤੇ ਬਖਸ਼ਿਸ਼ ਹੋਈ। ਗੁਰਮੁਖੋ ਇਹ ਬਖਸ਼ਿਸ਼ ਦੀਆਂ ਪੌੜੀਆਂ ਨੇ, ਸਵਾਸ ਸਵਾਸ ਸਿਮਰਨ। ਜੇ ਫਿਰ ਵੀ ਰਿੱਧੀਆਂ ਸਿੱਧੀਆਂ ਵੱਲ ਜਾਂ ਹੋਰਨਾਂ ਪਾਸਿਆਂ ਵੱਲ ਮਨ ਨਹੀਂ ਭੱਜਦਾ, ਸਵਾਦਾਂ ਵੱਲ, ਸਵਾਦਾਂ ਵੱਲੋਂ ਰੋਕਦਾ ਹੈ, ਤੇ ਫਿਰ ਸਵਾਸ ਸਵਾਸ ਤੋਂ ਅੱਗੇ ਹੋਰ ਅਵਸਥਾ ਮਿਲਦੀ। ਮਹਾਰਾਜ ਜੀ ਨੂੰ ਬੇਨਤੀ ਕੀਤੀ, ਮਹਾਰਾਜ ਕਹਿੰਦੇ, ਗੁਰਮੁਖਾ ਇਸ ਤੋਂ ਅੱਗੇ ਹਿਰਦੇ ਦਾ ਜਾਪ ਹੈ, ਹਿਰਦੇ ਵਿੱਚ ਨਾਮ ਚੱਲਣ ਲੱਗ ਪੈਣਾ। ਫੁਰਨਾ ਫਿਰ ਵੀ ਉੱਥੇ ਕਰਨਾ ਪੈਂਦਾ, ਫੁਰਨੇ ਦੇ ਨਾਲ ਹੀ, ਪਰ ਆਨੰਦ ਬਹੁਤ ਜ਼ਿਆਦਾ ਹੈ। ਗਲੇ ਵਿੱਚ ਇਸ ਤੋਂ ਪਹਿਲਾਂ ਚੱਲਦਾ, ਜਿਹਨੂੰ ਮਧਮਾ ਬਾਣੀ। ਮੈਂ ਐਸੀ ਇੱਕ ਮਾਤਾ ਜੀ ਨੂੰ, ਭੈਣ ਜੀ ਨੂੰ ਮਿਲਿਆ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਬਰਿਆਰਾਂ ਵਾਲਿਆਂ ਦੀ ਭੈਣ ਸੁਰਜੀਤ ਕੌਰ,
ਜੇ ਮੈਂ ਨਾਮ ਨਾ ਭੁੱਲਦਾ ਹਾਂ। ਫਤਿਹ ਬੁਲਾਈ ਜਾ ਕੇ ਤੇ ਬਹਿ ਗਿਆ ਮੈਂ ਕੋਲ। ਕਰੀਬਨ ਮੈਨੂੰ ਲੱਗਦਾ ਕਿ ਅੱਧਾ ਘੰਟਾ ਹੋ ਗਿਆ ਹੋਣਾ, ਕੋਈ ਬਚਨ ਨਹੀਂ ਉਹਨਾਂ ਕੀਤੇ। ਚਿਹਰੇ ਤੋਂ ਹੀ ਪਤਾ ਲੱਗਦਾ ਸੀ ਸ਼ਾਂਤੀ ਵਿੱਚ ਐਨ ਬੈਠੇ। ਤੇ ਜਦੋਂ ਮੈਨੂੰ ਕਾਫੀ ਸਮਾਂ ਹੋ ਗਿਆ ਬੈਠੇ ਨੂੰ, ਤੇ ਮੈਨੂੰ ਕਹਿਣ ਲੱਗੇ, ਕਹਿੰਦੇ ਪੁੱਤ ਮੇਰਾ ਗੱਲ ਕਰਨ ਨੂੰ ਜੀ ਨਹੀਂ ਕਰਦਾ, ਮੇਰਾ ਮੂੰਹ ਨਾ ਕਿਸੇ ਰਸ ਜੇ ਨਾ ਭਰਿਆ ਰਹਿੰਦਾ ਤੇ ਮੇਰੇ ਸਿਮਰਨ ਚੱਲਦਾ ਗਲੇ ਦੇ ਵਿੱਚ, ਤੇ ਜੇ ਮੈਂ ਗੱਲਾਂ ਕਰਾਂ ਤੇ ਉਹ ਭੁੱਲਦਾ ਹੈ, ਮੇਰਾ ਜੀ ਨਹੀਂ ਕਰਦਾ ਕੋਈ ਗੱਲ ਕਰਨ ਨੂੰ। ਮੈਂ ਹੱਥ ਜੋੜ ਕੇ ਕਿਹਾ, ਮੈਂ ਮਾਤਾ ਜੀ ਮੈਂ ਗੱਲਾਂ ਕਰਨ ਨਹੀਂ ਆਇਆ ਤੁਹਾਡੇ ਕੋਲ, ਮੈਂ ਕੇਵਲ ਦਰਸ਼ਨ ਕਰਨ ਆਇਆ। ਮੈਨੂੰ ਪਤਾ ਲੱਗਾ ਸੀ ਭਲਾਈ ਗਿਆ ਸੀ ਮੈਂ ਕਥਾ ਕਰਨ, ਤੇ ਉੱਥੇ ਉਹ ਗਏ ਸਨ, ਕਿਉਂਕਿ ਉਹਨਾਂ ਦੇ ਭਰਾ ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਬਰਿਆਰਾਂ ਵਾਲੇ ਬਹੁਤ ਸਮਾਂ ਉੱਥੇ ਡਿਊਟੀ ਕਰਦੇ ਰਹੇ ਕਾਰਖਾਨੇ ਦੇ ਵਿੱਚ, ਸਟੀਲ ਪਲਾਂਟ ਦੇ ਵਿੱਚ। ਫਿਰ ਉੱਥੇ ਹੀ ਉਹ ਸਤਸੰਗਤ ਕਰਨ ਲੱਗ ਪਏ, ਗੁਰਸਿੱਖਾਂ ਨਾਲ ਬੈਠ ਕੇ ਗੁਰਮਤਿ ਦਾ ਪ੍ਰਚਾਰ ਕਰਨਾ, ਬੜੇ ਗੁਰਮੁਖ ਨਾਮ ਰਸੀਏ ਹੋਏ। ਤੇ ਉਹਨਾਂ ਇੰਨਾ ਕੁ ਦੱਸਿਆ ਕਿ ਉਹਨਾਂ ਦੀ ਅਸੀਸ ਨਾਲ ਇਹ ਮੈਨੂੰ ਬਖਸ਼ਿਸ਼ ਮਿਲੀ ਹੈ। ਇੰਨੀ ਗੱਲ ਦੱਸ ਕੇ ਚੁੱਪ ਹੋ ਗਏ, ਤੇ 5 ਮਿੰਟਾਂ ਬਾਅਦ ਉਹਨਾਂ ਦੀਆਂ ਅੱਖਾਂ 'ਚੋਂ ਅੱਥਰੂ ਨਿਕਲਣ ਲੱਗ ਪਏ। ਕਹਿੰਦੀ ਪੁੱਤ ਸਿਮਰਨ ਕਰਦਿਆਂ ਗਲੇ ਵਿੱਚ ਚੱਲਦਾ ਹੈ, ਬੜਾ ਆਨੰਦ ਆਉਂਦਾ ਹੈ, ਪਰ ਹਿਰਦੇ ਦੇ ਵਿੱਚ ਹਨੇਰਾ ਅਜੇ, ਕਹਿੰਦੀ ਅੰਦਰ ਚਾਨਣ ਨਹੀਂ ਹੋਇਆ, ਹਨੇਰਾ ਹੀ ਹੈ। ਗੁਰਬਾਣੀ ਇਸ ਜਗ ਮਹਿ ਚਾਨਣ ਕਰਮ ਵਸੈ ਮਨ ਆਏ। ਗੁਰਮੁਖੋ ਇਹ ਪ੍ਰੈਕਟੀਕਲੀ ਹੋ ਜਾਂਦਾ। ਉਹ ਹਨੇਰੇ ਵਿੱਚ ਵੀ ਘੁੱਪ ਹਨੇਰਾ ਹੋਵੇ ਤਾਂ ਬੈਠੇ ਬਾਣੀ ਪੜ੍ਹ ਸਕਦੇ ਪੋਥੀ ਸਾਹਿਬ ਤੋਂ। ਇਹ ਪ੍ਰਕਾਸ਼ ਰੂਪ ਦੇ ਵਿੱਚ ਦਰਸ਼ਨ ਦੇਣ ਲੱਗ ਪੈਂਦੇ ਗੁਰੂ ਗ੍ਰੰਥ ਸਾਹਿਬ ਜੀ। ਕਹਿੰਦੀ ਪੁੱਤ ਜੇ ਹਿਰਦੇ ਵਿੱਚ ਹਨੇਰਾ ਹੀ ਆ ਮੇਰੇ। ਪਹਿਲਾ ਕੀ ਆ? ਬੈਖਰੀ ਬਾਣੀ ਦਾ ਜਾਪ ਜ਼ੁਬਾਨ ਦੇ ਨਾਲ। ਦੂਜਾ ਹੈ ਮਧਮਾ ਬਾਣੀ ਦਾ ਜਾਪ ਗਲੇ ਦੇ ਵਿੱਚ ਹੋਣ, ਕੋਲ ਬੈਠੇ ਨੂੰ ਵੀ ਪਤਾ ਨਾ ਲੱਗਣਾ ਕਿ ਇਹ ਸਿਮਰਨ ਕਰ ਰਿਹਾ। ਤੀਸਰਾ ਹੈ ਹਿਰਦੇ ਦੇ ਵਿੱਚ। ਪਰ ਇੱਥੇ ਨਿਸਕਾਮ ਰਹਿਣਾ ਪਏਗਾ। ਜੇ ਮਨ ਵਿੱਚ ਰਤੀ ਵੀ ਖਿਆਲ ਆ ਗਿਆ ਕਿ ਮੈਂ ਰਿੱਧੀਆਂ ਸਿੱਧੀਆਂ ਵਿਖਾਵਾਂ, ਜਾਂ ਲੋਕਾਂ ਦੀਆਂ ਗੱਲਾਂ ਤਕਲੀਫਾਂ ਸੁਣ ਕੇ ਅਰਦਾਸਾਂ ਬੇਨਤੀਆਂ ਬਹੁਤੀਆਂ ਕਰਕੇ ਜੇ ਉਹਨਾਂ ਨੂੰ ਕੁਛ ਦਿਵਾਉਣ ਲੱਗ ਪਿਆ, ਤਾਂ ਵੀ ਗਾਹ ਨਹੀਂ ਤੁਰ ਸਕੇਗਾ। ਬੜਾ ਔਖਾ ਪੈਂਡਾ ਹੈ। ਸਾਡੇ ਕੋਲੋਂ ਤੇ ਜ਼ੁਬਾਨ ਹੀ ਨਹੀਂ ਕਾਬੂ ਆਉਂਦੀ ਹੈ ਜੀ। ਗੁਰਮੁਖੋ ਮਨ ਨੂੰ ਵੀ ਫੁਰਨੇ ਤੋਂ ਰੋਕਣਾ ਪੈਂਦਾ ਹੈ। ਜੇ ਆਪਾਂ ਫੁਰਨਾ ਕਰ ਲਈਏ ਹਿਰਦੇ ਵਿੱਚ ਜਾਪ ਚੱਲਦਿਆਂ ਕਿ ਫਲਾਣੇ ਬੰਦੇ ਦਾ ਨੁਕਸਾਨ ਹੋ ਜਾਏ ਜਾਂ ਉਹਨੂੰ ਆਹ ਚੀਜ਼ ਮਿਲ ਜਾਏਗੀ, ਪਰ ਤੁਹਾਡੀ ਭਗਤੀ ਵਿੱਚੋਂ ਕੱਟ ਵੱਜ ਜਾਏਗੀ। ਗੁਰਮੁਖ ਰਸੀਏ ਮਹਾਂਪੁਰਖ ਬਾਬਾ ਕੁਲਵੰਤ ਸਿੰਘ ਜੀ ਖਾਲਸਾ ਜੀ, ਬਾਬਾ ਠਾਕੁਰ ਸਿੰਘ ਜੀ ਮਹਾਂਪੁਰਸ਼ ਜਿਨ੍ਹਾਂ ਦੀ ਸੰਗਤ ਕੀਤੀ ਹੈ, ਭਾਈ ਗੁਰਚਰਨ ਸਿੰਘ ਜੀ ਤੋਂ ਦਾਸ ਲਗਭਗ 10-11 ਸਾਲ ਪਹਿਲਾਂ ਜਥੇ 'ਚ ਆਇਆ ਸੀ, ਜਦੋਂ ਪੰਜਾਬ ਸੰਘਰਸ਼ ਬੜਾ ਤੇਜ਼ ਸੀ। ਰਾਤ ਦੇ ਸਮੇਂ ਕਈ ਵਾਰ ਬੜੇ ਬਚਨ ਸੁਣਾਉਂਦੇ ਹੁੰਦੇ ਸੀ। ਮਨ ਦੇ ਵਿੱਚ ਉਹਨਾਂ ਦੇ ਦੱਸਣ ਅਨੁਸਾਰ ਜੇ ਫੁਰਨਾ ਵੀ ਕਿਸੇ ਦਾ ਚੰਗਾ ਜਾਂ ਮਾੜਾ ਆ ਗਿਆ, ਉਹ ਹੋ ਜਾਏਗਾ। ਮਨ ਨੂੰ ਫੁਰਨਿਆਂ ਤੋਂ ਰੋਕਣਾ ਪੈਂਦਾ ਹੈ ਬੰਦਗੀ ਵਾਸਤੇ। ਜੇ ਦਰਸ਼ਨ ਕਰਨੇ ਹੈ, ਅਜੇ ਗਾਂ ਦਰਸ਼ਨ ਹੋਏ ਨਹੀਂ, ਇਸ ਤੋਂ ਪਹਿਲਾਂ ਦੀਆਂ ਪਾਬੰਦੀਆਂ। ਮਾਰੇ ਕਹਿੰਦੇ ਦਰਸ਼ਨ ਚਾਹੁੰਦੇ ਤੇ ਸਭ ਕੋਈ ਹੈ, ਪਰ ਰਹਿਤ ਵਿੱਚ ਨਹੀਂ ਰਹਿੰਦੇ। ਗੁਰਮੁਖੋ ਭਾਂਡਾ ਟੁੱਟਾ ਹੈ, ਉਹਦੇ ਵਿੱਚੋਂ ਚੀਜ਼ ਡਿੱਗਦੀ ਜਾਏਗੀ। ਭਾਂਡਾ ਗੰਦਾ ਹੈ, ਕੋਈ ਕੁਛ ਨਹੀਂ ਪਾਏਗਾ। ਭਾਂਡਾ ਸਾਫ਼ ਹੈ, ਕੁਝ ਪਾ ਤੇ ਦਿੱਤਾ ਜਾਏਗਾ, ਪਰ ਜੇ ਟੁੱਟਾ ਹੋਇਆ ਹੈ ਥੱਲਿਓਂ ਤੇ ਤਾਂ ਵੀ ਉਹਦੇ ਵਿੱਚ ਚੀਜ਼ ਨਹੀਂ ਟਿਕੇਗੀ। ਭਾਂਡਾ ਸਾਬਤ ਚਾਹੀਦਾ ਹੈ। ਇਹ ਸਾਡੇ ਸਰੀਰ ਵਿੱਚ ਛੇਕ ਕਰਦੇ ਹੈ, ਜੋ ਸਤਿਗੁਰਾਂ ਦੀ ਬਖਸ਼ਿਸ਼ ਹੈ ਉਹਨੂੰ ਘਟਾਉਂਦੇ ਹੈ। ਤੇ ਸਤਿਗੁਰੂ ਜੀ ਕਹਿੰਦੇ ਦਰਸ਼ਨਾਂ ਨੂੰ ਚਾਹੁੰਦੇ ਤਾਂ ਸਭ ਕੋਈ ਹੈ, ਪੂਰੇ ਭਾਗ ਪ੍ਰਾਪਤ ਹੋਈ। ਪਰ ਇਹਦੇ ਵਾਸਤੇ ਪੂਰੇ ਭਾਗ, ਪੂਰਾ ਭਾਂਡਾ ਬਣਨਾ ਪੈਂਦਾ ਹੈ। ਪੂਰੇ ਭਾਗ ਬਣਨਾ ਪੈਂਦਾ। ਭਾਗ ਦਾ ਅਰਥ ਹੈ ਭਾਂਡਾ, ਭਾਂਜਨ। ਪੂਰੇ ਭਾਗਾਂ ਵਾਲਾ ਬਣਨਾ ਪੈਂਦਾ, ਪਾਤਰ ਬਣਨਾ ਪੈਂਦਾ, ਅਧਿਕਾਰੀ ਬਣਨਾ ਪੈਂਦਾ। ਜੇ ਅਧਿਕਾਰੀ ਨਾ ਹੋਵੇ ਤੇ ਆਪਾਂ ਤਾਂ ਵੀ ਚੀਜ਼ ਨਹੀਂ ਦਿੰਦੇ। ਅਧਿਕਾਰੀ ਬਣਨਾ ਪਏਗਾ। ਜੇ ਪੂਰੇ ਕਰਮ ਨਹੀਂ ਹਨ, ਦਰਸ਼ਨ ਨਹੀਂ ਹੋਣਗੇ। ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਮਹਾਂਪੁਰਸ਼ ਹਜੂਰ ਸਾਹਿਬ, ਸੰਤ ਬਾਬਾ ਕਰਤਾਰ ਸਿੰਘ ਜੀ ਖਾਲਸਾ ਜਦੋਂ ਗਏ, ਕਹਿਣ ਲੱਗੇ ਸਿੰਘੋ ਇੱਥੇ ਸਿਮਰਨ ਕਰਨ ਦਾ ਬੜਾ ਮਹਾਤਮ ਹੈ। ਇਹ ਧਰਤੀ ਬਹੁਤ ਯੁੱਗਾਂ ਤੋਂ ਪਵਿੱਤਰ ਹੈ, ਬੰਦਗੀ ਹੋਈ ਹੈ। ਹੁਣ ਸ੍ਰੀ ਹਰਿਮੰਦਰ ਸਾਹਿਬ ਵੇਖੀਏ, 24 ਘੰਟੇ ਬੰਦਗੀ ਹੁੰਦੀ। ਆਪਾਂ ਹੁਣ ਗੁਰੂ ਘਰ ਹੀ ਆ ਜਾਈਏ ਤੇ ਮਨ ਟਿਕ ਜਾਂਦਾ, ਪਰ ਜਿੱਥੇ ਕਥਾ ਕੀਰਤਨ ਹਰ ਟਾਈਮ ਹੁੰਦਾ ਹੀ ਰਵੇ, ਉੱਥੇ ਤੇ ਬਹੁਤਾ ਹੀ ਟਿਕਦਾ। ਸੰਤ ਬਾਬਾ ਕਰਤਾਰ ਸਿੰਘ ਖਾਲਸਾ ਜੀ ਭਿੰਡਰਾਂ ਵਾਲੇ ਜਿਹੜੇ ਸਨ, ਉਹ ਕਹਿੰਦੇ ਸਿੰਘੋ ਇੱਥੇ ਜਾਪ ਕਰਨ ਦਾ ਬੜਾ ਮਹਾਰਾਜ ਜੀ ਨੇ ਬਖਸ਼ਿਸ਼ ਕਰਦੇ ਨੇ,
ਕੋਈ ਰਹਿਣਾ ਚਾਹੁੰਦਾ ਹੈ? ਸੰਤ ਬਾਬਾ ਜਰਨੈਲ ਸਿੰਘ ਖਾਲਸਾ ਵਿਦਿਆਰਥੀ ਰੂਪ ਸਨ। ਕਹਿੰਦੇ ਜੀ ਅਰਦਾਸ ਬੇਨਤੀ ਕਰੋ, ਕਿਰਪਾ ਕਰੋ। ਤੇ ਨਾਲ 4 ਸਿੰਘ ਹੋਰ ਖੜੇ ਹੋ ਗਏ। 5 ਸਿੰਘ ਉੱਥੇ ਫਿਰ ਰਹੇ। 1 ਸਾਲ ਵਾਸਤੇ ਉਹਨਾਂ ਕਿਹਾ ਸੀ। ਮਨ ਦੇ ਵਿੱਚ ਬੈਰਾਗ ਪੜਾ ਹੈ, ਦਰਸ਼ਨ ਹੋਣ ਜੋਤ ਸਰੂਪ ਦੇ ਵਿੱਚ। ਗੁਰਮੁਖੋ ਸਰੀਰ ਰੂਪ ਵਿੱਚ ਧੰਨ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕਰਦੇ ਆ। ਇਸ ਸਰੂਪ ਦੇ ਵਿੱਚ ਦਰਸ਼ਨ ਕਰਕੇ ਚੇਤਾ ਰੱਖਿਓ, ਭਾਈ ਮੂਲਾ ਵੀ ਵਿਚਾਰਾ ਖਾਲੀ ਰਹਿ ਗਿਆ ਸੀ, ਜਿਹੜਾ ਘਰ ਵਾਲੀ ਦੇ ਆਖੇ ਲੱਗ ਕੇ ਅੰਦਰ ਲੁਕ ਗਿਆ। ਸੱਪ ਲੜ ਕੇ ਮਰ ਗਿਆ ਸੀ ਨਾ ਅੰਦਰੋਂ, ਮੂਲਾ ਕਰਾੜ ਜਿਹਨੂੰ ਆਪਾਂ ਕਹਿੰਦੇ। ਨਾਲ ਕਰਾੜਾਂ ਦੋਸਤੀ ਕੂੜੀ ਕੂੜਾ ਪਾਏ, ਮਰਨ ਨਾ ਜਾਪੈ ਮੂਲਿਆ ਆਵੇ ਕਿਤੇ ਥਾਏ। ਇੰਨਾ ਸਮਾਂ ਨਹੀਂ ਕਿ ਮੈਂ ਉਹ ਸਾਖੀ ਆਪ ਜੀ ਨੇ ਸੁਣੀ ਹੋਏਗੀ। ਨਿਤ ਦੇ ਆਪ ਜੀ ਸੰਗੀ ਹੋ। ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਰਸ਼ਨ ਕੀਤੇ ਸੀ ਨਾ। ਸਾਡੇ ਮਨਾਂ ਵਿੱਚ ਗੁਰੂ ਗ੍ਰੰਥ ਸਾਹਿਬ ਜੀ ਦਾ ਕਿੰਨਾ ਕੁ ਭਰੋਸਾ ਹੈ? ਕੋਈ ਪੁੱਛ ਲੈ ਗੁਰੂ ਨਾਨਕ ਦੇਵ ਜੀ ਦੇ ਦਰਸ਼ਨ ਕੀਤੇ? ਆਪਾਂ ਕਹਿਣਾ ਨਾ। ਕਹਿੰਦੇ ਆਪਾਂ ਇਹ ਆ ਕਿ 10 ਪਾਤਸ਼ਾਹੀਆਂ ਦੀ ਆਤਮਿਕ ਜੋਤ ਗੁਰੂ ਗ੍ਰੰਥ ਸਾਹਿਬ ਜੀ ਗੁਰੂ ਨਾਨਕ ਦੇਵ ਜੀ ਦਾ ਸਰੂਪ ਨੇ। ਇਹ ਸਰੀਰ ਰੂਪ ਨੇ ਗੁਰੂ ਨਾਨਕ ਦੇਵ ਜੀ, ਪਰ ਆਤਮਿਕ ਰੂਪ ਵਿੱਚ ਜੇ ਜੋਤ ਸਰੂਪ ਦਰਸ਼ਨ ਕਰਨੇ ਹੈ, ਜਿਨ੍ਹਾਂ ਬਾਰੇ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਨੇ ਕਿ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਕਿ ਉਹ ਜੋਤ ਸਰੂਪ ਜੋ ਬ੍ਰਹਮ ਕਣ ਕਣ ਵਿੱਚ ਹੈ ਉਹ ਹੀ ਗੁਰੂ ਨਾਨਕ ਸਰੂਪ ਹੈ। ਜੇ ਉਹ ਰੂਪ 'ਚ ਦਰਸ਼ਨ ਕਰਨੇ ਜੋਤ ਸਰੂਪ 'ਚ, ਫਿਰ ਬੰਦਗੀ ਬਹੁਤ ਕਰਨੀ ਪਏਗੀ, ਫਿਰ ਮਨ ਇਕਾਗਰਤਾ ਚਾਹੀਦੀ, ਦਰਸ਼ਨ ਹੋਣਗੇ। ਤੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਦੇ ਨਾਲ ਦੇ ਸਿੰਘਾਂ ਦਾ ਦੱਸਿਆ ਬਚਨ। ਉਹ ਕਹਿੰਦੇ ਕਿ ਉਸ ਸਮੇਂ ਉਹਨਾਂ ਦੇ ਮਨ ਵਿੱਚ ਬੜਾ ਵਿਰਾਗ ਰਹਿਣ ਲੱਗ ਪਿਆ ਕਿ ਪਿਤਾ ਸਤਿਗੁਰੂ ਜੀ ਜੋਤ ਸਰੂਪ ਦਰਸ਼ਨ ਨਹੀਂ ਦਿੰਦੇ। ਤੇ ਇੱਕ ਦਿਨ ਬੈਠੇ ਹੋਏ ਨੇ ਤੇ ਮਾਤਾ ਸਾਹਿਬ ਕੌਰ ਜੀ ਦੇ ਅਸਥਾਨ ਤੇ ਉੱਥੇ ਉਹਨਾਂ ਦੇ ਦਰਸ਼ਨ ਹੋਏ। ਤੇ ਉਹਨੇ ਪੁੱਛਿਆ, ਜਰਨੈਲ ਸਿੰਘ ਕੀ ਗੱਲ ਇੰਨਾ ਵਿਰਾਗੀ? ਹੱਥ ਜੋੜ ਕੇ ਕਹਿਣ ਲੱਗੇ, ਮਾਤਾ ਜੀ ਦੁਨੀਆ ਤੇ ਰਹਿਣ ਨੂੰ ਚਿੱਤ ਨਹੀਂ ਕਰਦਾ। ਕਹਿੰਦੇ ਪੁੱਤਰ ਡਿਊਟੀ ਹੈ, ਤੇਰੇ ਕੋਲ ਸੇਵਾਵਾਂ ਲੈਣੀਆਂ ਜੇ ਬਹੁਤ। ਕਹਿੰਦੇ ਪਿਤਾ ਸਤਿਗੁਰੂ ਜੀ ਵੀ ਨਹੀਂ ਦਰਸ਼ਨ ਦਿੰਦੇ। ਕਹਿੰਦੇ ਨਹੀਂ ਦੇਣਗੇ। ਇੰਨੀ ਗੱਲ ਕਹੀ ਤੇ ਸਾਹਮਣੇ ਜਿਵੇਂ ਪਲੰਘੇ ਤੇ ਬੈਠੇ ਹੁੰਦੇ ਆ ਇਸ ਤਰ੍ਹਾਂ ਦੀਦਾਰ ਹੋਣ ਲੱਗ ਪਏ। ਹੁਣ ਜਿਹੜੇ ਨਾਲ ਉੱਥੇ ਰਹਿ ਕੇ ਬੰਦਗੀ ਕਰਦੇ ਸੀ ਉਹਨਾਂ ਵਿੱਚੋਂ ਭਾਈ ਗੁਰਦੇਵ ਸਿੰਘ ਜੀ ਉਸਮਾਨ ਵਾਲਾ ਬੜੀ ਬੰਦਗੀ ਵਾਲੇ ਸਿੰਘ ਹੋਏ, ਬਹੁਤ ਹੀ ਬੰਦਗੀ ਕਰਦੇ ਸੀ। ਇਹ ਸ਼ਹੀਦ ਹੋ ਗਏ। ਤੇ ਉਹਨੇ ਮਹਾਂਪੁਰਸ਼ਾਂ ਨੂੰ ਉਦੋਂ ਬਿਆਸੀ ਜੀ ਕਹਿੰਦੇ, ਬਾਂਹ ਹਿਲਾ ਕੇ ਕਹਿਣ ਲੱਗੇ, ਬਿਆਸੀ ਜੀ ਟਾਈਮ ਕੀ ਹੋਇਆ? ਰਾਤ ਦਾ ਸਮਾਂ ਸੀ, 1 ਵਜੇ। ਉਹਦੇ ਪੇਟ ਵਿੱਚ ਕੁਝ ਦਰਦ ਹੋ ਗਈ ਸ਼ੁਰੂ। ਤੇ ਮਹਾਂਪੁਰਖਾਂ ਕੋਲ ਜੇਬ ਘੜੀ ਹੋਇਆ ਕਰਦੀ ਸੀ, ਉਹਨਾਂ ਦੇ ਨਾਲ 'ਚ ਗੁੱਟ ਘੜੀਆਂ ਨਹੀਂ ਸੀ। ਉਹਨਾਂ ਕੱਢ ਕੇ ਤੇ ਉਹਦੇ ਵੱਲ ਵਗਾ ਕੇ ਮਾਰੀ, ਬਹੁਤ ਗੁੱਸੇ 'ਚ, ਲਾਲ ਅੱਖਾਂ ਨੇ। ਤੇ ਉਹ 2-3 ਦਿਨ ਮਿਲਿਆ ਨਹੀਂ। ਮੱਥੇ ਨਾ ਲੱਗਣਾ, ਇਕੱਲੇ ਬਹਿ ਕੇ ਸਿਮਰਨ ਕਰਦੇ ਰਹਿਣਾ, ਜਾਂ ਜਦੋਂ ਸਿਮਰਨ ਕਰਦੇ ਉਦੋਂ ਬੈਠ ਜਾਣਾ ਅੱਗੋਂ ਪਿੱਛੋਂ। ਜਦੋਂ ਸਿਮਰਨ ਤੋਂ ਵਿਹਲੇ ਹੋ ਕੇ ਉਹਨਾਂ ਬੈਠਣਾ ਜਾਂ ਤੁਰਨਾ, ਉਹ ਉਸ ਸਮੇਂ ਨਾ ਲੜ। ਤੇ ਇੱਕ ਦਿਨ ਮਹਾਂਪੁਰਖਾਂ ਨੂੰ ਮਿਲ ਗਏ ਤੇ ਕਹਿਣ ਲੱਗੇ, ਗੁਰਦੇਵ ਸਿੰਘ ਕੀ ਗੱਲ ਮੇਰੇ ਨਾਲ ਰੁੱਸ ਗਿਆ? ਮੈਂ ਉਦੋਂ ਗੁੱਸੇ ਵਿੱਚ ਤੇਰੇ ਨਾਲ ਬੋਲਿਆ ਸੀ। ਕਹਿੰਦੇ ਨਹੀਂ ਪਤਾ ਨਹੀਂ ਕੀ ਗੱਲ, ਤੁਹਾਡੇ ਚਿਹਰੇ ਤੋਂ ਡਰ ਬੜਾ ਲੱਗਾ ਮੈਨੂੰ ਉਸ ਸਮੇਂ। ਤੁਹਾਡੀਆਂ ਅੱਖਾਂ ਵੀ ਲਾਲ ਸੀ ਬਹੁਤ ਜ਼ਿਆਦਾ, ਬਹੁਤ ਮੈਨੂੰ ਭੈ ਲੱਗਿਆ। ਮੈਨੂੰ ਮੈਂ ਦੱਸ ਨਹੀਂ ਸਕਦਾ ਉਹ ਡਰ ਕਿਹੋ ਜਿਹਾ। ਤੇ ਉਦੋਂ ਦਾ ਮੈਨੂੰ ਉਹ ਚਿਹਰਾ ਨਜ਼ਰ ਆਉਂਦਾ ਤੇ ਮੇਰਾ ਜੀ ਨਹੀਂ ਸੀ ਕਰਦਾ, ਮੈਂ ਡਰ ਆਉਂਦਾ ਸੀ ਮੈਨੂੰ। ਤੇ ਮਹਾਂਪੁਰਖ ਬੜੇ ਵਿਰਾਗ 'ਚ ਆ ਕੇ ਅੱਖਾਂ 'ਚ ਅੱਥਰੂ ਆ ਗਏ। ਕਹਿੰਦੇ ਗੁਰਦੇਵ ਸਿੰਘ ਉਦੋਂ ਸਤਿਗੁਰਾਂ ਨੇ ਕਿਰਪਾ ਕੀਤੀ, ਮੈਨੂੰ ਜੋਤ ਸਰੂਪ ਵੀ ਦਰਸ਼ਨ ਹੋ ਰਹੇ ਸੀ। ਤੇ ਮੈਂ ਬੇਨਤੀ ਕਰਨ ਲੱਗਾ ਸੀ, ਮਹਾਰਾਜ ਮੇਰੇ ਨਾਲ ਦੇ ਸਿੰਘਾਂ ਤੇ ਵੀ ਕਿਰਪਾ ਕਰ ਦਿਓ, ਇਹਨਾਂ ਨੂੰ ਵੀ ਦਰਸ਼ਨ ਦੇ ਦਿਓ। ਕਹਿੰਦੇ ਅਜੇ ਮੈਂ ਬੇਨਤੀ ਕਰਨੀ ਲੱਗਾ ਸੀ, ਤੂੰ ਮੈਨੂੰ ਹਿਲਾ ਦਿੱਤਾ। ਤੁਹਾਡੇ ਕਰਮਾਂ 'ਚ ਨਹੀਂ ਉਹ ਦੀਦਾਰ ਹੈ ਜੀ। ਸਤਿਗੁਰੂ ਜੀ ਕਹਿੰਦੇ ਪੂਰਾ ਭਾਗ, ਪੂਰਾ ਭਾਂਡਾ ਬਣੋ। ਪਹਿਲਾਂ ਗੁਰਮੁਖੋ ਕੋਈ ਵੀ ਇੱਛਾ ਨਹੀਂ ਮਨ 'ਚ। ਘਰ ਵਿੱਚ ਗਰੀਬੀ ਹੈ ਤੇ ਗਰੀਬੀ ਕੋਈ ਗੱਲ ਹੀ ਨਹੀਂ। ਦੁਨੀਆ ਤੇ 4 ਦਿਨ ਰਹਿਣਾ ਹੈ, ਕੱਟੀ ਜਾਣੀ ਹੈ। ਕਿਸੇ ਚੀਜ਼ ਦਾ ਮਨ 'ਚ ਫੁਰਨਾ ਨਾ ਆਉਣਾ ਸੰਸਾਰੀ ਚੀਜ਼ਾਂ ਵਾਸਤੇ। ਜੋ ਵਾਹਿਗੁਰੂ ਜੀ ਦੇ ਰਹੇ ਨੇ ਪਲਾ ਰੱਬ ਦੇ ਅਨੁਸਾਰ ਠੀਕ ਹੈ। ਇਹ ਔਖੀ ਖੇਡ। ਮਹਾਰਾਜ ਕਹਿੰਦੇ ਪੂਰੇ ਜਿਹੜੇ ਭਾਂਜੇ ਪ੍ਰਾਪਤੀ ਦੇ ਜਿਨ੍ਹਾਂ ਦੇ ਲੱਛਣ ਹੁੰਦੇ ਆ ਉਹਨਾਂ ਨੂੰ ਪ੍ਰਾਪਤ ਹੁੰਦੇ ਹਨ। ਰਹਾਉ ਵਿਸਰਾਮ ਦੇ ਕੇ ਸਮਝਾਉਂਦੇ ਹਨ, ਸ਼ਿਆਮ ਸੁੰਦਰ ਤਾਜ ਨੀਂਦ ਕਿਉਂ ਆਈ। ਜੋ ਸਰਗੁਣ ਸਰੂਪ ਹੈ ਮਾਇਆ ਸਬਲ ਬ੍ਰਹਮ, ਜਿਸ ਨੇ ਸਾਰੀ ਸ੍ਰਿਸ਼ਟੀ ਪੈਦਾ ਕੀਤੀ ਮਾਇਆ ਸਬਲ, ਜੋ ਸੁੰਦਰ ਸਰੂਪ ਹੈ
ਉਹਨੂੰ ਛੱਡ ਕਰਕੇ ਨੀਂਦ ਕਿਉਂ ਆਈ ਹੋਈ ਹੈ? ਸਾਡੇ ਅੱਖਾਂ 'ਚ ਨੀਂਦ ਹੈ, ਭਾਵੇਂ ਅਸੀਂ ਜਾਗਦੇ ਸੁੱਤੇ ਹਾਂ। ਮਹਾਰਾਜ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਨੇਤਰ ਜਿਹੜੇ ਨੇ ਪਰਾਇਆ ਰੂਪ ਦੇਖਦੇ ਹੋਏ ਸੁੱਤੇ ਨੇ। ਸਰਵਣ ਸੋਏ ਸੁਣ ਨਿੰਦ ਵਿਚਾਰ, ਕੰਨ ਸੁੱਤੇ ਹੋਏ ਨੇ, ਨਿੰਦਾ ਦੀ ਵਿਚਾਰ ਬੜੀ ਚੰਗੀ ਲੱਗਦੀ, ਕਥਾ ਕੀਰਤਨ ਨਹੀਂ ਚੰਗਾ ਲੱਗਦਾ, ਪਰਮਾਤਮਾ ਦਾ ਜਸ ਵਡਿਆਈ ਨਹੀਂ ਚੰਗਾ ਲੱਗਦਾ, ਬਾਣੀ ਨਹੀਂ ਚੰਗੀ ਲੱਗਦੀ। ਬਹੁਤਾ ਚਿਰ ਪੜ੍ਹ ਸੁਣ ਨਹੀਂ ਸਕਦਾ, ਸੁਣਦਾ ਹੀ ਨਹੀਂ ਹੈ ਕੰਨ। ਇਹ ਰਸਨਾ ਸੋਈ ਲੋਭ ਮਿੱਠੇ ਸਾਧ, ਤਰ੍ਹਾਂ ਤਰ੍ਹਾਂ ਦੇ ਪਦਾਰਥਾਂ ਦੇ ਸਵਾਦ ਵਿੱਚ ਰਸਨਾ ਸੁੱਤੀ ਹੋਈ ਹੈ। ਮਨ ਸੋਇਆ ਮਾਇਆ ਬਿਸਮਾਦ, ਮਾਇਆ ਦੀ ਹੈਰਾਨੀ ਵਿੱਚ ਮਨ ਸੁੱਤਾ ਹੋਇਆ ਹੈ। ਮਾਰੇ ਕਹਿੰਦੇ ਉਸ ਵਾਹਿਗੁਰੂ ਨੂੰ ਛੱਡ ਕੇ ਅਵਿਦਿਆ ਦੀ ਨੀਂਦ ਕਿਉਂ ਆਈ ਹੈ? ਮਹਾ ਮੋਹਨੀ ਦੂਤਾ ਲਾਈ, ਉਹ ਬਹੁਤ ਮਨ ਨੂੰ ਮੋਹਿਤ ਕਰਨ ਵਾਲੀ ਹੈ। ਕਦੀ ਰਸਾਂ ਖਾਣ ਵਾਲਿਆਂ ਦੇ, ਕਦੀ ਵੇਖਣ ਵਾਲੇ, ਕਿਤੇ ਸੁਣਨ ਵਾਲੇ, ਕਿਤੇ ਸੁੰਘਣ ਵਾਲੇ, ਪਰਫਿਊਮ ਇਤਿਆਦਿਕ ਸਰੀਰਕ ਸੰਬੰਧ, ਧੀਆਂ ਪੁੱਤਰਾਂ ਦੇ, ਮਾਇਆ ਦੇ ਕਿੰਨੇ ਰੂਪ ਨੇ ਮਾਇਆ ਦੇ। ਬਹੁਤ ਹੀ ਮਨ ਨੂੰ ਮੋਹਿਤ ਵਾਲੀ ਹੈ। ਉਹਨੇ ਸਭ ਦੇ ਸਪਰਸ਼ ਰਸ ਰੂਪ ਗੰਧ ਇਤਿਆਦਿਕ ਦੂਤ ਲਾਏ ਹੋਏ ਹਨ। ਪ੍ਰੇਮ ਵਿਛੋਹਾ ਕਰਤ ਕਸਾਈ, ਤੇ ਪ੍ਰੇਮ ਵੱਲੋਂ ਇਹ ਵਿਛੋੜਾ ਪਾਈ ਜਾ ਰਹੇ ਨੇ। ਕਰਤ ਕਸਾਈ, ਇਹਨਾਂ ਦੀ ਕਸਾਈ ਨਾਮ ਖਿੱਚ। ਕਸਾਈ ਨਾਮ ਜਿਵੇਂ ਕਸਾਈ ਤਰਸ ਨਹੀਂ ਨਾ ਕਰਦਾ ਜੀਵਨ ਵੱਢਣ ਲੱਗਾ, ਇਸ ਤਰ੍ਹਾਂ ਜਿਹੜੇ ਵਿਕਾਰ ਨੇ ਮਾਇਆ ਦੇ ਬਣਾਏ ਹੋਏ ਦੂਤ, ਇਹ ਵੀ ਤਰਸ ਨਹੀਂ ਕਰਦੇ ਹਨ। ਨਿਰਦੈ ਜੰਤ ਤਿਸ ਦਇਆ ਨਾ ਪਾਈ, ਉਹ ਜੰਤ ਬੜੇ ਨਿਰਦਈ ਹੈ। ਸ੍ਰਿਸ਼ਟੀ ਨੂੰ ਬਣਾਉਣ ਤੋਂ ਪਹਿਲਾਂ ਉਹ ਸੂਖਮ ਸ੍ਰਿਸ਼ਟੀ ਬਣੀ ਹੈ। ਉਹ ਜੰਤ ਜਿਹੜੇ ਬੜੇ ਨਿਰਦਈ ਹੈ, ਉਹਨਾਂ 'ਚ ਦਇਆ ਨਹੀਂ ਹੈ, ਉਹ ਤਰਸ ਨਹੀਂ ਕਰਦੇ, ਕਿਉਂਕਿ ਡਿਊਟੀ ਉਹਨਾਂ ਦੀ ਇਹੋ ਜਿਹੀ ਹੈ, ਉਹਨਾਂ ਦੀ ਸੇਵਾ ਹੀ ਇਹੋ ਜਿਹੀ ਲੱਗੀ ਹੈ। ਇਸ ਵਾਸਤੇ ਉਹਨਾਂ 'ਚ ਰੱਤੀ ਮਾਤਰ ਵੀ ਦਇਆ ਨਹੀਂ ਪਾਈ ਜਾਂਦੀ। ਅਨੇਕ ਜਨਮ ਬੀਤਨ ਭਰਮਾਈ, ਉਹਨਾਂ ਨੇ ਆਪਣੇ 'ਚ ਘੇਰ ਕੇ ਰੱਖਿਆ ਹੋਇਆ, ਪਤਾ ਹੀ ਨਹੀਂ ਅਨੇਕਾਂ ਹੀ ਜਨਮ ਬੀਤ ਗਏ ਨੇ ਭਰਮਦੇ ਹੋਇਆ। ਕਰ ਵਾਸਨਾ ਦੇਵੈ ਦੁੱਤਰ ਮਾਈ, ਇਹ ਮਾਇਆ ਬੜੀ ਦੁਸਤਰ ਹੈ, ਮਾਇਆ ਤਰਨੀ ਬੜੀ ਔਖੀ ਹੈ। ਆਪਾਂ ਤੇ ਜੇ ਨੋਟਾਂ ਤੇ ਹੀ ਡਿੱਗੇ ਪਏ ਆ, ਜਦ ਕਿ ਨੋਟ ਜਿਹੜੇ ਤੇ ਸੰਸਾਰੀ ਲੋੜਾਂ ਹੀ ਆ ਸਰੀਰ ਦੀਆਂ। ਜਿੰਨੇ ਚਿਰ ਸਰੀਰ ਉਹਨੇ ਚਿਰ ਹੀ ਹੈ ਜ਼ਮੀਨਾਂ ਜਾਇਦਾਦਾਂ, ਸੰਸਾਰੀ ਮਾਇਆ, ਸੰਸਾਰੀ ਵਡਿਆਈ ਜਿਹੜੀ ਹੈ। ਅਸੀਂ ਇਹਨਾਂ ਵੱਲ ਹੀ ਵਹਿੰਦੇ ਰਹਿੰਦੇ। ਤੇ ਸਤਿਗੁਰੂ ਜੀ ਕਹਿੰਦੇ ਹਨ ਕਿ ਘਰ ਵਾਸ ਨਾ ਦੇਵੈ, ਸਰੂਪ ਰੂਪੀ ਘਰ ਦੇ ਵਿੱਚ ਉਹ ਬ੍ਰਹਮ ਸਰੂਪ ਜਿਹੜਾ ਜੋਤ ਰੂਪ ਆਪਣਾ ਘਰ ਹੈ ਨਾ, ਜਿੱਥੇ ਆਪਾਂ ਇਸ ਸਰੀਰ ਨੂੰ ਛੱਡ ਕੇ ਚਲੇ ਜਾਣਾ, ਨਿਕਲ ਜਾਣਾ ਹੈ। ਤੇ ਸੂਖਮ ਸਰੀਰ ਵੀ ਇੱਥੇ ਹੀ ਰਹਿ ਜਾਂਦਾ। ਜਿਹੜੇ ਬੰਦਗੀ ਵਿੱਚ ਲੀਨ ਹੋ ਜਾਂਦੇ, ਉਹਨਾਂ ਤੇ ਤਾਂ ਕੋਈ ਪੜਦਾ ਹੀ ਨਹੀਂ ਰਹਿੰਦਾ। ਸਾਡਾ ਤੇ ਬਾਹਰਲੇ ਸਰੀਰ ਦਾ ਮੋਹ ਨਹੀਂ ਛੁੱਟ ਰਿਹਾ, ਅਜੇ ਇਹ ਤੋਂ ਅੰਦਰ ਸੂਖਮ ਸਰੀਰ ਹੈ। ਸਕਿੰਟਾਂ ਵਿੱਚ ਚਾਹੇ ਅਮਰੀਕਾ ਚਲੇ ਜਾਵੇ, ਜਿੱਥੇ ਮਰਜ਼ੀ, ਜਿਸ ਤਰ੍ਹਾਂ ਆਪਾਂ ਇੱਥੇ ਆ ਨਾ, ਇਸ ਤਰ੍ਹਾਂ ਹੀ ਜਾ ਸਕਦਾ। ਇੰਨੀ ਤਾਕਤ ਆ ਜਾਂਦੀ ਹੈ ਉਹ ਸੂਖਮ ਸਰੀਰ। ਉਹਦੀ ਹੰਗਤਾ ਉਹ ਵੀ ਛੱਡਣਾ ਹੁੰਦਾ ਹੈ। ਉਸ ਤੋਂ ਅੱਗੇ ਕਾਰਨ ਸਰੀਰ ਹੈ, ਜਿਸ ਨੂੰ ਅਵਿਦਿਆ ਕਿਹਾ ਜਾਂਦਾ, ਉਹ ਵੀ ਛੁੱਟਣਾ ਹੁੰਦਾ ਹੈ। ਤੇ ਮਹਾਰਾਜ ਜੀ ਕਹਿੰਦੇ ਉਹ ਸਰੂਪ ਰੂਪੀ ਘਰ, ਜੋਤ ਸਰੂਪ ਘਰ ਦੇ ਵਿੱਚ ਇਹ ਮਾਇਆ ਤਰਨੀ ਬੜੀ ਦੁਸਤਰ ਹੈ, ਬੜੀ ਔਖੀ ਹੈ, ਇਹ ਵਾਸਾ ਨਹੀਂ ਹੋਣ ਦਿੰਦੀ। ਦਿਨ ਰੈਣ ਆਪਣਾ ਕੀਆ ਪਾਈ, ਜੀਵ ਆਪਣਾ ਕੀਤਾ ਪਾ ਰਿਹਾ, ਜਿਹੋ ਜਿਹੇ ਫੁਰਨੇ ਕਰਦਾ। ਮੈਨੂੰ ਮੋਟਰ ਗੱਡੀਆਂ ਕਾਰਾਂ ਮਿਲ ਜਾਣ, ਪਲਾਟ ਮਿਲ ਜਾਣ, ਕੋਠੀਆਂ ਮਿਲ ਜਾਣ, ਜ਼ਮੀਨਾਂ ਜਾਇਦਾਦਾਂ ਮਿਲ ਜਾਣ, ਇੱਥੋਂ ਦੇ ਆਹ ਰਸ ਖਾਣ ਨੂੰ ਆਉਣਾ, ਸੁੱਖ ਹੋਣ, ਤੇ ਫਿਰ ਇੱਥੇ ਹੀ ਮਿਲਣੇ, ਇੱਥੇ ਹੀ ਜਨਮ ਫੇਰ ਹੋਣਾ। ਉੱਥੇ ਤਾਂ ਨਹੀਂ ਹੈਗਾ ਇਹ ਕੁਛ। ਉੱਥੇ ਤਾਂ ਜਾਂ ਤਾਂ ਬ੍ਰਹਮ ਵਿੱਚ ਲੀਨ ਹੋਵਾਂਗੇ, ਜਾਂ ਜਿਹੋ ਜਿਹੇ ਸੁੱਖ ਚਾਹੁੰਦੇ ਆ ਉੱਥੇ ਭੋਗ ਕੇ ਫਿਰ ਧਰਤੀ ਤੇ ਆਉਣਾ ਪਏਗਾ ਕਿਸੇ ਨਾ ਕਿਸੇ ਰੂਪ 'ਚ। ਇਸ ਵਾਸਤੇ ਉੱਥੇ ਨਹੀਂ ਟਿਕਾਣਾ ਮਿਲਦਾ, ਕਿਉਂਕਿ ਹਿਰਦੇ ਵਿੱਚ ਰਸਾਂ ਦੀ ਇੱਛਾ ਹੈ। ਦਿਨ ਰਾਤ ਆਪਣੇ ਕੀਤੇ ਹੋਏ ਕਰਮਾਂ ਅਨੁਸਾਰ ਫਲ ਮਿਲ ਰਿਹਾ ਹੈ। ਕਿਸ ਦੋਸ਼ ਨਾ ਦੀਜੈ ਕਿਰਤ ਭਵਾਈ, ਮਾਰੇ ਕਹਿੰਦੇ ਕਿਸੇ ਨੂੰ ਦੋਸ਼ ਨਾ ਦਿਆ ਕਰੋ ਭਾਈ, ਕੀਤੇ ਹੋਏ ਕੰਮ ਹੀ ਤੁਹਾਨੂੰ ਭਰਮਾ ਰਹੇ ਹਨ। ਦੱਦਾ ਦੋਸ਼ ਨਾ ਦੇਉ ਕਿਸੈ, ਦੋਸ਼ ਕਰਮਾਂ ਆਪਣਿਆਂ, ਜੋ ਮੈਂ ਕੀਆ ਸੋ ਮੈਂ ਪਾਇਆ, ਦੋਸ਼ ਨਾ ਦੀਜੈ ਅਵਰ ਜਨਾ। ਜਿਹੋ ਜਿਹਾ ਚਾਹੁੰਦੇ ਉਹ ਮਨ ਦੇ ਫੁਰਨੇ ਹੈ, ਉਹ ਜਿਹਾ ਫਲ ਮਿਲਦਾ ਜਾਂਦਾ ਹੈ। ਹੁਣ ਮਾਂ ਪਿਓ ਕਵੇ ਕਿ ਤੇਰਾ ਘਰ-ਬਾਰ ਸਾਰਾ ਹੀ ਤੇਰਾ ਹੀ, ਆਪਾਂ ਕਹਿੰਦੇ ਨਹੀਂ ਨਹੀਂ ਸਾਨੂੰ ਇੱਕ ਚਾਕਲੇਟ ਚਾਹੀਦੀ ਹੈ, ਤੇ ਫਿਰ ਉਹਨੇ ਚਾਕਲੇਟ ਦੇ ਦੇਣੀ ਹੈ। ਮਹਾਰਾਜ ਕਹਿੰਦੇ ਸਾਰੀ ਸ੍ਰਿਸ਼ਟੀ ਤੇਰੀ, ਤੂੰ ਸਾਡੇ ਵਿੱਚ ਲੀਨ ਹੋ ਜਾ, ਤੈਨੂੰ ਆਪਣਾ ਸਰੂਪ ਹੀ ਬਣਾ ਲੈਂਦੇ। ਆਪਾਂ ਕਹਿੰਦੇ ਨਹੀਂ ਸਾਨੂੰ ਤੇ ਆਹ ਚਾਹੀਦਾ, ਆਹ ਚਾਹੀਦਾ, ਸਾਨੂੰ ਆਹ ਚਾਹੀਦਾ। ਇਹਨਾਂ ਇੱਛਾਵਾਂ ਦੇ ਵਿੱਚ, ਲੜਾਈ ਝਗੜੇ ਕਲੇਸ਼ਾਂ ਦੇ ਵਿੱਚ ਹੀ ਆਪਾਂ ਇਹਨਾਂ ਗੱਲਾਂ 'ਚ ਹੀ ਪਏ ਹੋਏ ਆ। ਇੱਕ ਥਾਂ ਤੇ ਮੈਂ ਗਿਆ ਤੇ ਉਹਨਾਂ ਦੇ ਘਰ 'ਚ ਕਲੇਸ਼ ਬਹੁਤ ਜ਼ਿਆਦਾ ਹੈ। ਤੇ ਉਹ ਭੈਣ ਇਸ ਤਰ੍ਹਾਂ ਹੀ ਗੁੱਸੇ ਵਿੱਚ ਕਹਿਣ ਲੱਗੀ, ਕਹਿੰਦੀ ਮੇਰੇ ਜੀ ਕਰਦਾ ਮੇਰਾ ਘਰ ਵਾਲਾ ਜਿਹੜਾ ਨਾ, ਇਹ ਮੇਰੀ ਘਰ ਵਾਲੀ ਹੋਵੇ ਤੇ ਮੈਂ ਬੰਦਾ ਹੋਇਆ ਇਹਨਾਂ ਨੂੰ ਕੁੱਟਿਆ ਕਰਾਂ ਰੋਜ਼। ਤੇ ਮੈਂ ਹੱਸ ਪਿਆ। ਕਹਿੰਦੀ ਵੀਰ ਤੂੰ ਹੱਸਦਾ,
ਮੈਂ ਕਿਹਾ ਕੀ ਪਤਾ ਤੂੰ ਪਿਛਲੇ ਜਨਮ 'ਚ ਇਹਦਾ ਘਰ ਵਾਲਾ ਨਹੀਂ ਸੀ ਤੇ ਤੇਰੀ ਘਰ ਵਾਲੀ ਸੀ ਤੇ ਉਦੋਂ ਇਹ ਤੂੰ ਇਹਨੂੰ ਕੁੱਟਦੀ ਹੋਵੇਂਗੀ, ਉਦੋਂ ਤੂੰ ਕੁੱਟਦੀ ਹੋਵੇਂਗੀ ਇਹਦੇ ਮਨ 'ਚ। ਮੈਂ ਕਿਹਾ ਤੂੰ ਅਗਲੇ ਜਨਮ ਵਾਸਤੇ ਜ਼ਹਿਰ ਹੀ ਬੀਜ ਰਹੀ ਹੈ ਨਾ। ਜੇ ਤੇਰੇ ਮਨ 'ਚ ਇਹੋ ਫੁਰਨਾ ਰਿਹਾ, ਮਰਨ ਤੱਕ ਹੀ ਰਿਹਾ, ਅਗਲੇ ਜਨਮ 'ਚ ਤੇਰੀ ਘਰ ਵਾਲੀ ਬਣ ਜੂ ਤੇ ਤੂੰ ਬੰਦਾ ਬਣ ਜੂ, ਕੁੱਟੀ ਜਾਇਓ ਘਰ 'ਚ, ਫਿਰ ਇਹੋ ਹੀ ਤਮਾਸ਼ਾ। ਕਿੰਨਾ ਮਾੜਾ ਬੀਜ ਰਹੇ। ਜਦ ਕਿ ਮਹਾਰਾਜ ਕਹਿੰਦੇ ਜਿੱਤ ਲਾਗੋ ਮਨ ਬਾਸਨਾ ਅੰਤ ਸਾਈ ਪ੍ਰਗਟਾ। ਤੁਹਾਡੀ ਜਿੱਧਰ ਵਾਸ਼ਨਾ ਲੱਗੀ ਹੈ ਅੰਤ ਸਮੇਂ ਤੱਕ, ਮਰਨ ਵੇਲੇ ਜੋ ਇੱਛਾ ਹੋਈ ਉਧਰ ਹੀ ਜਾਣਾ ਪਏਗਾ ਕਰਮਾਂ ਅਨੁਸਾਰ। ਫਿਰ ਤੁਹਾਨੂੰ ਇਸ ਵਾਸਤੇ ਗੁਰਮੁਖੋ ਬੇਨਤੀਆਂ ਕਰੀਏ। ਮਹਾਰਾਜ ਕਹਿੰਦੇ ਇਹ ਦੋਸ਼ ਨਾ ਦਿਓ, ਤੁਹਾਡੇ ਕੀਤੇ ਹੋਏ ਮਨ ਦੇ ਸੰਕਲਪ, ਸਰੀਰ ਦੁਆਰਾ ਕੀਤੇ ਹੋਏ ਕਰਮ ਇਹੋ ਤੁਹਾਨੂੰ ਭਰਮਾ ਰਹੇ ਹਨ। ਸੁਨ ਸਾਜਨ ਸੰਤ ਜਨ ਭਾਈ। ਮਹਾਰਾਜ ਕਿਰਪਾ ਕਰ ਦਿਓ, ਹੁਣ ਬਚਨ ਦਾ ਢੰਗ ਦੱਸ ਦਿਓ। ਤੇ ਮਹਾਰਾਜ ਕਹਿੰਦੇ ਭਾਈ ਸੱਜਣੋ, ਸੰਤੋ, ਗੁਰਮੁਖੋ, ਜਨ ਨਾਮ ਸੇਵਕ ਦਾ ਹੁੰਦਾ ਹੈ। ਸੰਤ ਜਿਹੜਾ ਸਵਾਸ ਸਵਾਸ ਸਿਮਰਨ ਕਰਦਾ ਹੈ, ਸੱਜਣ ਜਿਹੜਾ ਹਰ ਇੱਕ ਦਾ ਭਲਾ ਚਾਹੁੰਦਾ, ਯਾਨੀ ਕਿ ਪਰਉਪਕਾਰੀ ਜਿਹੜੇ ਇਨਸਾਨ ਨੇ, ਭਾਵੇਂ ਹਉਮੈ ਦੇ ਸਮੇਤ ਪਰਉਪਕਾਰ ਕਰਦੇ, ਜਿਹੜੇ ਪਰਉਪਕਾਰੀ ਹੈ, ਜਿਹੜੇ ਸਿਮਰਨ ਵਾਲੇ ਤੇ ਜਿਹੜੇ ਸੇਵਕ ਹੈ। ਇਹ ਭਰਾਵੋ ਸੁਣਨਾ ਕਰੋ। ਚਰਨ ਸਰਣ ਨਾਨਕ ਗਤ ਪਾਈ। ਮਹਾਰਾਜ ਕਹਿੰਦੇ ਜੇ ਵਾਹਿਗੁਰੂ ਦੀ ਚਰਨ ਸ਼ਰਨ, ਯਾਨੀ ਕਿ ਨਿਸਕਾਮ ਹੋ ਜਾਓ, ਸਭ ਕੁਝ ਉਹਦੇ ਤੇ ਛੱਡ ਦਿਓ, ਤੇ ਫਿਰ ਗਤ, ਫਿਰ ਭਲਾ ਹੋ ਸਕਦਾ, ਨਹੀਂ ਤੇ ਨਹੀਂ ਹੋਏਗਾ। ਆਪਣੇ ਕੀਤੇ ਕਰਮਾਂ ਅਨੁਸਾਰ ਸੰਸਾਰ ਵਿੱਚ ਆਉਣਾ ਪਵੇਗਾ। ਇਹ ਸਤਿਗੁਰਾਂ ਨੇ ਬਖਸ਼ਾਂ ਕੀਤੀਆਂ ਨੇ। ਦਾਸ ਪਾਸੋਂ ਕਥਾ ਕਰਦਿਆਂ ਬੇਅੰਤ ਭੁੱਲਾਂ ਹੋਈਆਂ। ਇੱਥੇ ਮਿਲਣ ਆਏ ਸੀ ਭਚੰਗਿਆਂ ਨੂੰ, ਬੱਚਿਆਂ ਨੂੰ। ਰਾਤ ਦਰਸ਼ਨ ਕਰਨ ਆਇਆ ਸੀ ਦਾਸ। ਸੁਭਾਵਕ ਹੀ, ਕਿਉਂਕਿ ਕਥਾ ਕੀਰਤਨ ਨਾ ਸੁਣੀਏ ਗੁਰੂ ਤੋਂ ਬੇਮੁਖ ਹੋਵਾਂਗੇ। ਤੇ ਗੁਰਮੁਖਾਂ ਨੇ ਹੁਕਮ ਕਰ ਦਿੱਤਾ, ਜਥੇ ਵਿੱਚ ਇਹ ਵੀ ਰਹਿੰਦੇ ਰਹੇ ਹੈ, ਸੋ ਹੁਕਮ ਨੂੰ ਮੰਨ ਕੇ ਕਥਾ ਕੀਤੀ ਹੈ। ਸਮਾਂ ਵੱਧ ਲੱਗਾ ਹੋਵੇ ਖਿਮਾ ਕਰ ਦੇਣਾ। ਅੱਗੇ ਵਾਸਤੇ ਸੁਮਤ ਬਖਸ਼ਣੀ, ਸਿਰ ਤੇ ਮਿਹਰ ਭਰਿਆ ਹੱਥ ਰੱਖਣਾ। ਸਾਧ ਸੰਗਤ ਜੀ, ਸਤਿਗੁਰਾਂ ਨੇ ਸਰੀਰ ਕਰਕੇ ਸਿੱਖੀ ਬਖਸ਼ੀ ਹੈ, ਮਨ ਕਰਕੇ ਵੀ ਸਿੱਖੀ ਨਿਭਾਉਣ ਦਾ ਬਲ ਬਖਸ਼ਣ। ਹੋਈਆਂ ਭੁੱਲਾਂ ਦੀ ਮੁਆਫੀ। ਅੱਗੇ ਵਾਸਤੇ ਸੁਮਤ ਬਖਸ਼ਣੀ ਭਾਈ ਗੁਰਚਰਨ ਸਿੰਘ ਜੀ, ਸਮੂਹ ਸੰਗਤਾਂ ਦਾ, ਪ੍ਰਬੰਧਕ ਵੀਰਾਂ ਦਾ, ਸਾਹਿਬ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਰੋਮ ਰੋਮ ਕਰਕੇ ਧੰਨਵਾਦ ਜੀ। ਸੁਣ ਸਾਜਣ ਸੰਤ ਜਨ ਭਾਈ, ਚਰਨ ਸਰਣ ਨਾਨਕ ਗਤ ਪਾਈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।